ਹੁਣ ਸਾਰੇ ਤਾਂ ਪ੍ਰਕਾਸ਼ ਸਿੰਘ ਬਾਦਲ ਨਹੀਂ ਨਾ ਹੁੰਦੇ ਵੀ 94 ਸਾਲ ਦੀ ਉਮਰ ਦੇ ਵਿੱਚ ਵੀ ਕਹਿ ਦੇਣ ਵੀ ਇੱਕ ਮੌਕਾ ਦੇ ਕੇ ਦੇਖ ਲਓ, ਮੈਨੂੰ ਦੇ ਦਿਓ ਇੱਕ ਮੌਕਾ ਹੋਰ। ਉਹ ਕਹਿੰਦੇ ਸਮਾਂ ਆ ਗਿਆ ਕਿ ਮੈਂ ਇੱਕ ਵੱਡੇ ਉਦੇਸ਼ ਦੇ ਵਾਸਤੇ ਪਾਰਟੀ ਤੋਂ ਵੱਖਰਾ ਹੋ ਜਾਵਾਂ ਤਾਂ ਕਿ ਵਿਰੋਧੀ ਧਿਰਾਂ ਇਕਜੁੱਟ ਹੋ ਕੇ ਕੰਮ ਕਰ ਸਕਣ। ਇੱਕ ਗੱਲ ਤਾਂ ਇਹਦੇ ਵਿੱਚ ਕਲੀਅਰ ਹੈ ਕਿ ਇਹ ਜਿਹੜਾ ਮੂਵ ਹੈ ਇਹ ਮਮਤਾ ਬੈਨਰਜੀ ਦਾ ਮੂਵ ਹੈ, ਯਸ਼ਵੰਤ ਸਿਨਹਾ ਹੋਰਾਂ ਦਾ ਨਹੀਂ। ਕਿ ਉਦੋਂ ਤਾਂ ਕੁੰਡੀਆਂ ਲਾ ਲੈਂਦੇ ਸੀ, ਹੁਣ ਨਾ ਲਾਇਓ, ਕਹਿੰਦੇ ਗਿਰਜਾ ਵਾਂਗੂ ਫਿਰਦੇ ਆ ਜਿਹੜੇ ਅਫਸਰ। ਇਹਦਾ ਮਤਲਬ ਮੰਨ ਰਹੇ ਆ ਕਿ ਗਿਰਜਾ ਵਾਂਗੂ ਅਫਸਰ ਫਿਰਦੇ ਆ। ਅੱਗੋਂ ਬਰਸਾਤਾਂ ਆ ਰਹੀਆਂ ਨੇ ਔਰ ਬਰਸਾਤਾਂ ਦੇ ਵਿੱਚ ਘੱਗਰ ਕੀ ਕਰਦਾ, ਇਹ ਜਿਹੜੇ ਘੱਗਰ ਦੀ ਮਾਰ ਦੇ ਹੇਠ ਆਉਂਦੇ ਆ ਨਾ ਉਹ ਜਾਣਦੇ ਆ। ਇਹ ਪਹਿਲੀ ਵਾਰੀ ਮੇਰਾ ਖਿਆਲ ਹੋਇਆ ਹੋਊਗਾ ਕਿ ਕੈਂਡੀਡੇਟ ਦਾ ਕਾਲ ਪੈ ਗਿਆ। ਤੁਸੀਂ ਇੱਕ ਸਿੰਗਲ ਜਗ੍ਹਾ ਵੀ ਇਹ ਨਹੀਂ ਸੁਣਿਆ ਹੋਊਗਾ ਕਿ ਜੀ ਮੇਰੀ ਟਿਕਟ ਬਣਦੀ ਸੀ, ਮੈਨੂੰ ਇਗਨੋਰ ਕੀਤਾ ਗਿਆ। ਅਕਾਲੀ ਦਲ ਬਾਦਲ 'ਚ ਕਿਸੇ ਨੇ ਨਹੀਂ ਕਿਹਾ, ਹਰੇਕ ਨੇ ਕਿਹਾ ਸ਼ੁਕਰ ਹੈ ਇੱਧਰ ਚਲੇਗੀ। ਤਾਂ ਜਦੋਂ ਬਾਈ ਇਲੈਕਸ਼ਨ ਹੁੰਦੀ ਆ, ਜਿਹਦੀ ਸਰਕਾਰ ਹੁੰਦੀ ਆ, ਉਹ ਤਾਂ ਛਿੱਤਰ ਸਹਿ ਕੁੱਟ ਲੈਂਦੇ ਆ ਨਾ, ਚੁੱਪ ਕਰਕੇ ਬੈਠੇ ਅਫਸਰ ਚਾਹੀ ਠੋਕ ਦਿਓ, ਪਾਓ ਪਰਚੇ, ਸਾਰੀਆਂ ਵਿਰੋਧੀ ਧਿਰਾਂ ਅੰਦਰ, ਚੁੱਪ ਕਰਕੇ ਜਿੱਤ ਲਓ। ਇਦਾਂ ਦਾ ਤਾਂ ਕੁਝ ਨਹੀਂ ਹੋਇਆ। ਮੈਨੂੰ ਨਹੀਂ ਲੱਗਦਾ ਵਿਰੋਧੀ ਧਿਰਾਂ ਦੇ ਵਿੱਚੋਂ ਕੋਈ ਪਾਰਟੀ ਪੈਸਾ ਖਰਾਬ ਕਰੂਗੀ, ਕਿਉਂਕਿ ਤਜਰਬਾ 22 ਵਾਲਾ ਬੜਾ ਅਜੀਬ ਹੈ। ਲੋਕਾਂ ਪੈਸੇ ਚੱਕ ਲਏ, 15-15 ਹਜ਼ਾਰ ਦੀ ਵੋਟ ਵੀ ਵੇਖੀ, ਪਾਈ ਨਹੀਂ। ਇਹ ਕਿਹਾ ਜਾ ਰਿਹਾ ਕਿ ਯੂਥ ਜਿਹੜਾ ਉਹਦੇ ਵਿੱਚ ਕਰੇਜ਼ ਹੈ ਸਿਮਰਨਜੀਤ ਸਿੰਘ ਮਾਨ ਹੋਰਾਂ ਦਾ, ਪਰ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਜਿਹੋ ਜਿਹੇ ਉਹਨਾਂ ਦੀ ਕਾਰਗੁਜ਼ਾਰੀ ਰਹੀ ਹੈ, ਜਿਹੋ ਜਿਹੀਆਂ ਉਹ ਗੱਲਾਂ ਕਰਦੇ ਨੇ, ਉਹ ਭਗਤ ਸਿੰਘ ਨੂੰ ਵੀ ਅੱਤਵਾਦੀ ਦੱਸੀ ਜਾਂਦੇ ਨੇ ਕਿ ਕੀ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਵੀ ਇਹ ਲਾਸਟ ਚੋਣ ਤਾਂ ਨਹੀਂ। ਉਂਝ ਵੈਸੇ ਉਹ ਡੌਲੇ ਵਿਖਾਉਂਦੇ ਵੀ ਨਜ਼ਰ ਆਉਂਦੇ ਆ, ਮੁੱਛਾਂ ਨੂੰ ਤਾ ਦਿੰਦੇ ਵੀ ਨਜ਼ਰ ਆਉਂਦੇ ਆ। ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ ਤੇ ਪ੍ਰੋਗਰਾਮ ਸੱਚੀਆਂ ਤੇ ਖਰੀਆਂ ਪੰਨੂ ਦੇ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਗਏ ਹਾਂ। ਅੱਜ ਦੇ ਪ੍ਰੋਗਰਾਮ 'ਚ ਵੀ ਕੁਝ ਅਹਿਮ ਤੇ ਖਾਸ ਖਬਰਾਂ ਤੇ ਗੱਲਬਾਤ ਕਰਾਂਗੇ ਤੇ ਪੰਨੂ ਸਾਹਿਬ ਦੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਾਂਗੇ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅੱਜ ਪੰਜਾਬ ਦੀ ਗੱਲ ਮੁੜ ਕੇ ਕਰਦੇ ਹਾਂ, ਪਹਿਲਾਂ ਮਹਾਰਾਸ਼ਟਰ ਦੀ ਗੱਲ ਕਰਦੇ ਹਾਂ। ਉਧਵ ਠਾਕਰੇ ਸਰਕਾਰ ਤੇ ਸਿਆਸੀ ਬੱਦਲ ਛਾ ਗਏ ਨੇ। ਇਹੋ ਜਿਹਾ ਕਿਹੜਾ ਖੇਲਾ ਹੋ ਗਿਆ ਮਹਾਰਾਸ਼ਟਰ 'ਚ ਵੀ ਸਿਆਸੀ ਭੁਚਾਲ ਆ ਗਿਆ ਉੱਥੇ? ਕਿ ਬਹੁਤਾ ਕੁਝ ਜਿਹੜਾ ਚਾਹੇ ਤਾਂ ਰਾਹੁਲ ਗਾਂਧੀ ਤੋਂ ਏਡੀ ਲੰਬੀ ਪੁੱਛਗਿੱਛ ਕੀਤੀ ਜਾ ਰਹੀ ਹੈ, ਚਾਹੇ ਇਹ ਜਿਹੜੀ ਹਿਲਜੁਲ ਹੋਈ ਹੈ ਕਿਤੇ ਨਾ ਕਿਤੇ ਰਾਸ਼ਟਰਪਤੀ ਚੋਣ ਨੂੰ ਲੈ ਕੇ ਹੋਈ ਹੋ ਸਕਦੀ ਹੈ, ਉਹਦੀ ਆਪਾਂ ਅੱਗੇ ਚੱਲ ਕੇ ਗੱਲ ਕਰਦੇ ਹਾਂ। ਪਰ ਮਹਾਰਾਸ਼ਟਰ ਦੇ ਵਿੱਚ ਜਿਹੜੀ ਉਧਵ ਠਾਕਰੇ ਦੀ ਸਰਕਾਰ ਹੈ, ਇਸ ਵੇਲੇ ਉਹਦੇ ਉੱਤੇ ਖਤਰੇ ਦੇ ਬੱਦਲ ਮੰਡਰਾ ਰਹੇ ਆ। ਏਕਨਾਥ ਸ਼ਿੰਦੇ ਜਿਹੜੇ ਕਿ ਕੈਬਨਿਟ ਮੰਤਰੀ ਨੇ ਮਹਾਰਾਸ਼ਟਰ ਦੇ ਵਿੱਚ, ਉਹ ਕੁਝ ਵਿਧਾਇਕਾਂ ਨੂੰ ਲੈ ਕੇ ਪੁਣੇ ਜਿਹੜੇ ਉਹ ਚਲੇ ਗਏ ਹੋਏ ਆ। 30 ਲਿਸਟ ਜਿਹੜੇ ਵਿਧਾਇਕ ਨੇ ਉਹਨਾਂ ਦੇ ਨਾਲ ਦੱਸੇ ਜਾ ਰਹੇ ਆ, ਪਰ 23 ਦੀ ਲਿਸਟ ਜਿਹੜੀ ਉਹ ਸਾਹਮਣੇ ਆ ਰਹੀ ਆ ਜਿਹੜੇ ਕਿ ਉਹਨਾਂ ਦੇ ਨਾਲ ਗਏ ਆ। ਕਈ ਕੁਝ ਸਾਹਮਣੇ ਆ ਰਿਹਾ ਕਿ ਏਕਨਾਥ ਸ਼ਿੰਦੇ ਨੂੰ ਇੱਕਦਮ ਬਗਾਵਤ ਕਰਨ ਦੀ ਇਸ ਵੇਲੇ ਕੀ ਜ਼ਰੂਰਤ ਪੈ ਗਈ। ਉਹਨੇ ਇਹ ਗੱਲ ਤਾਂ ਆਖੀ ਆ ਕਿ ਅਸੀਂ ਬਾਲਾ ਸਾਹਿਬ ਦੇ ਸੱਚੇ ਸ਼ਿਵ ਸੈਨਿਕ ਆ, ਸਾਨੂੰ ਉਹਨਾਂ ਨੇ ਹਿੰਦੂਤਵ ਸਿਖਾਇਆ ਤੇ ਸੱਤਾ ਦੇ ਵਾਸਤੇ ਅਸੀਂ ਧੋਖਾ ਨਹੀਂ ਦੇਵਾਂਗੇ। ਇਹ ਬਿਆਨ ਤਾਂ ਉਹਨਾਂ ਦੇ ਸਾਹਮਣੇ ਆ ਰਿਹਾ। ਪਰ ਰਾਜਨੀਤਿਕ ਵਿਅਕਤੀ ਜਿਹੜੇ ਹੁੰਦੇ ਆ, ਉਹਨਾਂ ਦੇ ਬਿਆਨ ਦੇ ਵਾਸਤੇ ਇਹ ਕਿਹਾ ਜਾ ਸਕਦਾ ਕਿ ਜੇ ਉਹ ਕਹਿੰਦੇ ਵੀ ਆ ਹੈ ਨਹੀਂ ਤੇ ਇਹਦਾ ਮਤਲਬ ਹੁੰਦਾ, ਜੇ ਉਹ ਕਹਿੰਦੇ ਹੈਗਾ ਤੇ ਇਹਦਾ ਮਤਲਬ ਹੈ ਨਹੀਂ, ਮਤਲਬ ਕਿ ਉਲਟ ਕੰਮ ਕਰਦੇ ਹੁੰਦੇ ਆ। ਜੇ ਉਹ ਕਹਿ ਰਿਹਾ ਕਿ ਸੱਤਾ ਲਈ ਧੋਖਾ ਨਹੀਂ ਦੇਵਾਂਗੇ ਤੇ ਇਹਦਾ ਮਤਲਬ ਹੋ ਸਕਦਾ ਕਿ ਕਿਤੇ ਨਾ ਕਿਤੇ ਧੋਖਾ ਜਿਹੜਾ ਉਹ ਦੇ ਰਹੇ ਹੋਣ ਅੰਦਰ ਖਾਤੇ। ਇਸ ਵੇਲੇ ਜੇ ਆਪਾਂ ਮਹਾਰਾਸ਼ਟਰ ਵਿਧਾਨ ਸਭਾ ਦੀ ਗੱਲ ਕਰੀਏ ਕਿ ਜਿਹੜੀ ਪੋਜੀਸ਼ਨ ਕੀ ਆ, ਕੁੱਲ 288 ਸੀਟਾਂ ਨੇ, ਬਹੁਮਤ ਦੇ ਵਾਸਤੇ 144 ਸੀਟਾਂ ਚਾਹੀਦੀਆਂ ਨੇ। ਉਧਵ ਠਾਕਰੇ ਦੇ ਕੋਲੇ 170 ਵਿਧਾਇਕਾਂ ਦਾ ਸਮਰਥਨ ਜਿਹੜਾ ਉਹ ਹੈ। ਜੇ 117 ਚੋਂ ਆਪਾਂ 30 ਮੰਨਫੀ ਕਰਦੇ ਹਾਂ ਤੇ ਫਿਰ ਪਿੱਛੇ ਰਹਿ ਜਾਂਦੇ ਆ ਜੀ 140, 4 ਘਟ ਜਾਣਗੇ। ਸ਼ਿਵ ਸੈਨਾ ਦੀਆਂ ਆਪਣੀਆਂ 55 ਨੇ, NCP ਦੀਆਂ 53 ਨੇ, ਕਾਂਗਰਸ ਦੀਆਂ 44 ਨੇ, AIMIM ਦੀਆਂ 2 ਨੇ, BVA ਦੀਆਂ 3 ਨੇ, PGP ਦੀਆਂ 9 ਨੇ, ਸੱਪਾ ਦੀਆਂ 2 ਨੇ ਤੇ ਆਜ਼ਾਦ 9 ਨੇ। ਭਾਰਤੀ ਜਨਤਾ ਪਾਰਟੀ ਦੇ ਕੋਲੇ 106 ਵਿਧਾਇਕ ਨੇ ਤੇ 11 ਹੋਰ ਉਹਨਾਂ ਦੇ ਕੋਲੇ ਵਿਧਾਇਕ ਹੈਗੇ ਆ। 11 ਤੇ 106 ਮਤਲਬ 117 ਬਣਦੇ ਆ। ਜੇ 30 ਇੱਧਰੋਂ ਚਲੇ ਜਾਂਦੇ ਆ ਤੇ ਉਹ ਫਿਰ ਮੈਜੋਰਿਟੀ ਦੇ ਵਿੱਚ ਜਿਹੜਾ ਉਹ ਆ ਸਕਦੇ ਆ।
ਸਵਾਲ ਇਹਦੇ ਵਿੱਚ ਥੋੜਾ ਇਹ ਆ ਕਿ ਜਿਹੜੀ 55 ਵਾਲੀ ਸ਼ਿਵ ਸੈਨਾ, ਕਿਉਂਕਿ ਜੇ 30 ਜਾਂਦੇ ਨੇ ਤਾਂ ਉਹ 2/3 ਵੀ ਜਿਹੜਾ ਉਹ ਥੋੜੇ ਜਿਹਾ ਘੱਟ ਰਹਿੰਦੇ ਨੇ ਉਹਦੇ ਤੋਂ। ਜੇ 2/3 ਦੇ ਨਾਲ ਨਹੀਂ ਕਰਦੇ ਤੇ ਬਗਾਵਤ ਹੋ ਸਕਦੀ ਹੈ। ਪਰ ਰਾਜਪਾਲ ਸਾਰੇ ਸਭ ਨੂੰ ਪਤਾ ਕਿ ਸੈਂਟਰ ਦੇ ਜਿਹੜੇ ਉਹ ਲੱਗੇ ਹੋਏ ਆ। ਇਹ ਬਗਾਵਤ ਜਿਹੜੀ ਇੱਥੋਂ ਤੱਕ ਕਿਉਂ ਚਲੇਗੀ, ਇੱਕਦਮ ਕਿੱਥੋਂ ਨਿਕਲ ਆਈ, ਇਹਦੇ ਕੁਝ ਕਾਰਨ ਜਿਹੜੇ ਆ ਉਹ ਮਹਾਰਾਸ਼ਟਰ ਦੀ ਸਿਆਸਤ ਦੇ ਵਿੱਚੋਂ ਨਿਕਲ ਕੇ ਸਾਹਮਣੇ ਆ ਰਹੇ ਆ। 59 ਸਾਲਾਂ ਦੇ ਏਕਨਾਥ ਸ਼ਿੰਦੇ ਸ਼ਿਵ ਸੈਨਾ ਦੇ ਵਿੱਚ ਇੱਕ ਕੱਦਾਵਰ ਨੇਤਾ ਹੈ। ਫਿਲਹਾਲ ਮਹਾਰਾਸ਼ਟਰ ਸਰਕਾਰ ਦੇ ਵਿੱਚ ਉਹ ਨਗਰ ਵਿਕਾਸ ਮੰਤਰੀ ਹੈ। 19 ਦੇ ਵਿੱਚ ਉਧਵ ਠਾਕਰੇ ਨੇ ਇਸ ਏਕਨਾਥ ਸ਼ਿੰਦੇ ਨੂੰ ਵਿਧਾਇਕ ਦਲ ਦਾ ਨੇਤਾ ਬਣਾਤਾ ਸੀਗਾ। ਉਸ ਵੇਲੇ ਮੰਨਿਆ ਜਾ ਰਿਹਾ ਸੀਗਾ ਕਿ ਏਕਨਾਥ ਸ਼ਿੰਦੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਹੋਣਗੇ। ਪਰ ਇੱਕ ਇਹ ਵੀ ਦੂਸਰਾ ਪੱਖ ਸੀਗਾ ਕਿ ਐਨਸੀਪੀ ਤੇ ਕਾਂਗਰਸ ਉਹ ਇਸ ਸ਼ਰਤ ਦੇ ਉੱਤੇ ਉਹਨਾਂ ਨੇ ਹਮਾਇਤ ਦਿੱਤੀ ਸੀ, ਚਾਹੇ ਉਹ ਅੰਦਰ ਖਾਤੇ ਸ਼ਰਤ ਸੀ, ਕਿ ਏਕਨਾਥ ਸ਼ਿੰਦੇ ਨਹੀਂ ਬਲਕਿ ਉਧਵ ਠਾਕਰੇ ਮੁੱਖ ਮੰਤਰੀ ਬਣਨਗੇ, ਜਿਹਦੇ ਕਰਕੇ ਏਕਨਾਥ ਸ਼ਿੰਦੇ ਦਾ ਸਿਆਸੀ ਦਾ ਲੱਗਣੋਂ ਰਹਿ ਗਿਆ। ਇਹ ਵੀ ਕਿਹਾ ਜਾ ਰਿਹਾ ਕਿ ਮੁੰਬਈ ਤੋਂ ਨਾਗਪੁਰ ਦੇ ਵਿਚਾਲੇ ਬਣ ਰਿਹਾ ਸੁਪਰ ਕਮਿਊਨੀਕੇਸ਼ਨ ਹਾਈਵੇ ਫੜਨਵੀਸ ਦਾ ਡ੍ਰੀਮ ਪ੍ਰੋਜੈਕਟ ਸੀਗਾ ਔਰ ਇਹਦਾ ਫੜਨਵੀਸ ਨੇ ਜਿਹੜਾ ਸ਼ਿੰਦੇ ਨੂੰ ਇਹਦਾ ਸਾਰਾ ਕੰਮ ਸੌਂਪਿਆ ਹੋਇਆ ਸੀਗਾ। ਉਧਵ ਸਰਕਾਰ ਦੇ ਵਿੱਚ ਵੀ ਇਹ ਪ੍ਰੋਜੈਕਟ ਸ਼ਿੰਦੇ ਦੇ ਕੋਲੇ ਸੀਗਾ, ਪਰ ਉਹਦਾ ਕ੍ਰੈਡਿਟ ਉਹਨੂੰ ਨਹੀਂ ਦਿੱਤਾ ਜਾ ਰਿਹਾ ਸੀ। ਇਹ ਪਰ ਮੇਰੀ ਜਾਚੇ ਇਹ ਬਹੁਤ ਵੱਡਾ ਰੀਜ਼ਨ ਨਹੀਂ ਹੋ ਸਕਦਾ। ਸ਼ਿੰਦੇ ਸ਼ਿਵ ਸੈਨਾ ਦੇ ਉਹਨਾਂ ਨੇਤਾਵਾਂ ਦੇ ਵਿੱਚੋਂ ਆ ਜਿਹੜੇ ਕਾਂਗਰਸ ਦੇ ਨਾਲ ਮਿਲ ਕੇ ਸਰਕਾਰ ਬਣਾਉਣ ਦੇ ਖਿਲਾਫ ਸੀ। ਇਸੇ ਕਰਕੇ ਕਾਂਗਰਸ ਨੇ ਕੰਡੀਸ਼ਨ ਲਾਈ ਸੀਗੀ ਕਿ ਜਿਹੜੇ ਸ਼ਿੰਦੇ ਨਹੀਂ ਬਲਕਿ ਉਧਵ ਠਾਕਰੇ ਮੁੱਖ ਮੰਤਰੀ ਹੋਣਗੇ। ਮਹਾਰਾਸ਼ਟਰ ਦੇ ਵਿੱਚ ਮੋਟੇ ਤੌਰ ਦੇ ਉੱਤੇ ਸ਼ਿਵ ਸੈਨਾ ਨੂੰ ਮਰਾਠਾ ਅਸਮਿਤਾ ਦੇ ਵਾਸਤੇ ਕੰਮ ਕਰਨ ਵਾਲੀ ਹਿੰਦੂਤਵ ਪਾਰਟੀ ਮੰਨਿਆ ਜਾਂਦਾ। ਪਵਾਰ ਦੀ ਐਨਸੀਪੀ ਪਾਰਟੀ ਨੂੰ ਮਰਾਠਿਆਂ ਦੀ ਪਾਰਟੀ ਤੇ ਕਾਂਗਰਸ ਦੀ ਇਮੇਜ ਮੁਸਲਿਮ ਸਮਰਥਕ ਹੈ। ਸ਼ਿੰਦੇ ਦਾ ਇਹ ਕਹਿਣਾ ਹੈ ਕਿ ਕਾਂਗਰਸ ਨੂੰ ਇਸ ਇਮੇਜ ਦੇ ਨਾਲ ਸ਼ਿਵ ਸੈਨਾ ਦਾ ਵੋਟ ਬੈਂਕ ਕਾਫੀ ਕਮਜ਼ੋਰ ਪੈ ਰਿਹਾ। ਸ਼ਿਵ ਸੈਨਾ ਕਾਂਗਰਸ ਤੇ ਐਨਸੀਪੀ ਦੀ ਜਿਹੜੀ ਮਹਾ ਅਗਾੜੀ ਸਰਕਾਰ ਹੈ ਉਹ ਬਣਨ ਤੋਂ ਬਾਅਦ ਸ਼ਿਵ ਸੈਨਾ ਦੇ ਵਿੱਚ ਸੰਜੇ ਰੌਤ, ਅਨਿਲ ਦੇਸਾਈ ਤੇ ਆਦਿਤਿਆ ਠਾਕਰੇ ਦੀ ਤਾਕਤ ਜਿਹੜੀ ਉਹ ਕਾਫੀ ਘਟ ਗਈ। ਏਕਨਾਥ ਸ਼ਿੰਦੇ ਖੁਦ ਨੂੰ ਇਹ ਮਹਿਸੂਸ ਕਰ ਰਹੇ ਸੀ ਕਿ ਸ਼ਾਇਦ ਉਹ ਅਲੱਗ-ਥਲੱਗ ਹੋ ਗਏ ਨੇ। ਰਾਜ ਸਭਾ ਦੀਆਂ ਜਿਹੜੀਆਂ 10 ਜੂਨ ਨੂੰ ਚੋਣਾਂ ਹੋਈਆਂ ਉਹਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਉਧਵ ਸਰਕਾਰ ਦੇ ਉੱਤੇ ਸੰਕਟ ਦੇ ਬੱਦਲ ਜਿਹੜੇ ਉਹ ਮੰਡਰਾਉਣ ਲੱਗੇ ਸੀਗੇ। ਰਾਜ ਸਭਾ ਦੀਆਂ 6 ਸੀਟਾਂ ਦੇ ਉੱਤੇ ਸੱਤਾਧਾਰੀ ਮਹਾ ਵਿਕਾਸ ਅਘਾੜੀ ਯਾਨੀ ਕਿ ਸ਼ਿਵ ਸੈਨਾ, ਕਾਂਗਰਸ, ਐਨਸੀਪੀ ਦੇ 3 ਤੇ ਬੀਜੇਪੀ ਦੇ 3 ਉਮੀਦਵਾਰ ਜਿੱਤ ਗਏ ਸੀਗੇ। ਮਹਾਰਾਸ਼ਟਰ ਵਿਧਾਨ ਸਭਾ ਦੇ ਵਿੱਚ ਬੀਜੇਪੀ ਦੇ ਕੋਲੇ 106 ਵਿਧਾਇਕ ਹੈ। ਜੇ ਆਪਾਂ ਆਜ਼ਾਦ ਦੀ ਗੱਲ ਕੀਤੀ ਜਾਵੇ ਤਾਂ ਇਹ ਗਿਣਤੀ ਜਿਹੜੀ ਆ 113 ਹੋ ਜਾਂਦੀ ਆ ਜਿਹੜੀ ਭਾਰਤੀ ਜਨਤਾ ਪਾਰਟੀ ਦੀ। ਰਾਜ ਸਭਾ ਚੋਣਾਂ ਦੇ ਵਿੱਚ ਉਹਨੂੰ 123 ਵੋਟ ਮਿਲੇ ਤਾਂ ਐਮਐਲਸੀ ਚੋਣਾਂ ਦੇ ਵਿੱਚ 134 ਵੋਟਾਂ ਜਿਹੜੀਆਂ ਉਹ ਮਿਲੀਆਂ। ਇਹਦਾ ਮਤਲਬ ਸਿੱਧਾ ਇਹ ਹੋ ਗਿਆ ਕਿ ਬੀਜੇਪੀ ਨੇ ਰਾਜ ਸਭਾ ਚੋਣਾਂ ਦੇ ਵਿੱਚ ਸੱਤਾਧਾਰੀ ਦੇ 10 ਵਿਧਾਇਕਾਂ ਨੂੰ ਤੋੜ ਲਿਆ। ਐਮਐਲਸੀ ਚੋਣਾਂ ਦੇ ਵਿੱਚ ਬੀਜੇਪੀ ਨੂੰ 134 ਵੋਟ ਮਿਲੇ, ਮਤਲਬ ਕਿ ਬੀਜੇਪੀ ਦੇ ਨਾਲ ਹੁਣ ਤੱਕ ਸੱਤਾ ਪੱਖ ਦੇ 21 ਵਿਧਾਇਕ ਜਿਹੜੇ ਸੀ ਉਹ ਆ ਗਏ। ਇਹ ਜੇ ਕੈਲਕੂਲੇਸ਼ਨ ਆਪਾਂ ਦੇਖੀਏ, ਬੇਸ਼ੱਕ ਏਕਨਾਥ ਸ਼ਿੰਦੇ ਨੇ ਕਹਿਤਾ ਕਿ ਉਹ ਸੱਤਾ ਵਾਸਤੇ ਭੁੱਖੇ ਨਹੀਂ, ਪਰ ਇਹ ਨਹੀਂ ਕਿਹਾ ਜਾ ਸਕਦਾ ਜੇ ਇਦਾਂ ਦੀ ਕੋਈ ਗੱਲ ਨਾ ਹੁੰਦੀ ਤੇ ਉਹਨੂੰ ਐਡੀ ਵੱਡੀ ਬਗਾਵਤ ਕਰਨ ਦੀ ਜ਼ਰੂਰਤ ਜਿਹੜੀ ਉਹ ਨਹੀਂ ਸੀਗੀ। ਮਹਾਰਾਸ਼ਟਰ ਦੀ ਉਧਵ ਸਰਕਾਰ ਇਸ ਵੇਲੇ ਖਤਰੇ ਦੇ ਵਿੱਚ ਹੈ। ਏਕਨਾਥ ਸ਼ਿੰਦੇ ਸ਼ਿਵ ਸੈਨਾ ਦੇ 15, ਇੱਕ ਐਨਸੀਪੀ ਦਾ 14 ਆਜ਼ਾਦ ਵਿਧਾਇਕਾਂ ਦੇ ਨਾਲ ਗੁਜਰਾਤ ਦੇ ਸੂਰਤ ਦੇ ਵਿੱਚ ਪਹੁੰਚ ਗਏ ਔਰ ਇਸ ਟੋਲੀ ਦੇ ਵਿੱਚ ਸ਼ਿੰਦੇ ਤੋਂ ਇਲਾਵਾ 3 ਮੰਤਰੀ ਹੋਰ ਹੈ। ਪਾਰਟੀ ਦੇ ਸੈਕਸ਼ਨ ਤੋਂ ਬਾਅਦ ਸ਼ਿੰਦੇ ਨੇ ਜਿਹੜਾ ਬਿਆਨ ਦਿੱਤਾ ਉਹਦੇ ਬਾਗੀ ਜਿਹੜੇ ਤੇਵਰ ਆ ਉਹਦੇ ਤੋਂ ਉਲਟ ਹੈ। ਉਹਨੇ ਟਵੀਟ ਕੀਤਾ ਹੁਣ ਤੋਂ ਕੁਝ ਸਮਾਂ ਪਹਿਲਾਂ ਕਿ ਅਸੀਂ ਬਾਲਾ ਸਾਹਿਬ ਦੇ ਸੱਚੇ ਸ਼ਿਵ ਸੈਨਿਕ ਹੈ ਔਰ ਉਹਨਾਂ ਨੇ ਸਾਨੂੰ ਹਿੰਦੂਤਵ ਸਿਖਾਇਆ, ਅਸੀਂ ਸੱਤਾ ਦੇ ਵਾਸਤੇ ਧੋਖਾ ਨਹੀਂ ਦੇਵਾਂਗੇ। ਪਰ ਦੂਜੇ ਪਾਸੇ ਸੂਤਰ ਇਹ ਕਹਿ ਰਿਹਾ ਕਿ ਏਕਨਾਥ ਸ਼ਿੰਦੇ ਨੇ ਜਿਹੜੀ ਐਨਸੀਪੀ ਤੇ ਕਾਂਗਰਸ ਦੇ ਗੱਠਜੋੜ ਨਾਲੋਂ ਤੋੜ ਕੇ ਭਾਜਪਾ ਦੇ ਨਾਲ ਗੱਠਜੋੜ ਦੀ ਸ਼ਰਤ ਰੱਖੀ ਹੈ। ਇਹ ਵੀ ਕਿਹਾ ਜਾ ਰਿਹਾ ਕਿ ਏਕਨਾਥ ਸ਼ਿੰਦੇ ਖੁਦ ਮੁੱਖ ਮੰਤਰੀ ਦੇ ਅਹੁਦੇ ਦੇ ਉੱਤੇ ਬੈਠਣਾ ਚਾਹੁੰਦੇ ਆ। ਸ਼ਿੰਦੇ ਨੇ 3 ਵਿਧਾਇਕਾਂ ਸੰਜੇ ਰਠੌੜ, ਸੰਜੇ ਬਾਂਗਰ, ਦਾਦਾ ਭੂਸੇ ਕੋਲ
ਨੂੰ ਮਾਤੋਸ਼ਰੀ ਭੇਜਿਆ। ਇਸ ਮੁਲਾਕਾਤ ਦੇ ਵਿੱਚ ਕੀ ਹੋਇਆ ਅਜੇ ਕੋਈ ਕਹਾਣੀ ਸਾਹਮਣੇ ਨਹੀਂ ਆ ਰਹੀ। ਫਿਲਹਾਲ ਜਿਹੜੀ ਇਹ ਹਲਚਲ ਚੱਲ ਰਹੀ ਹੈ ਇਹਦੇ ਵਿੱਚ ਸ਼ਰਦ ਪਵਾਰ ਜ਼ਰੂਰ ਮੀਡੀਆ ਦੇ ਸਾਹਮਣੇ ਆਏ ਆ। 11 ਮਿੰਟ ਪ੍ਰੈਸ ਕਾਨਫਰੰਸ ਉਹਨਾਂ ਨੇ ਕੀਤੀ ਆ। ਇਹ ਕਿਹਾ ਕਿ ਕੀ ਸ਼ਿੰਦੇ ਖੁਦ ਮੁੱਖ ਮੰਤਰੀ ਬਣਨਾ ਚਾਹੁੰਦੇ ਆ, ਤਾਂ ਉਹ ਬੋਲੇ ਕਿ ਉਹਨਾਂ ਨੇ ਇਸ ਤਰ੍ਹਾਂ ਦੀ ਇੱਛਾ ਸਾਡੇ ਕੋਲੇ ਜ਼ਾਹਰ ਨਹੀਂ ਕੀਤੀ। ਪਵਾਰ ਨੇ ਇਹ ਵੀ ਗੱਲ ਕਹੀ ਹੈ ਕਿ ਮਹਾਰਾਸ਼ਟਰ ਦੇ ਵਿੱਚ ਸਰਕਾਰ ਡਿੱਗਣ ਦੀ ਸਾਜ਼ਿਸ਼ ਪਹਿਲਾਂ ਵੀ ਹੋਈ ਆ, ਪਰ ਚਿੰਤਾ ਦੀ ਗੱਲ ਨਹੀਂ ਆ, ਉਦੋਂ ਸਰਕਾਰ ਚੱਲਦੀ ਰਹੂਗੀ। ਉਹਨਾਂ ਨੇ ਇਹ ਵੀ ਕਿਹਾ ਕਿ ਸਰਕਾਰ ਦਾ ਮਸਲਾ ਨਹੀਂ ਆ, ਸ਼ਿਵ ਸੈਨਾ ਦਾ ਅੰਦਰੂਨੀ ਮਸਲਾ ਹੈ। ਇਹ ਸਾਰੇ ਵਿਧਾਇਕ ਗੁਜਰਾਤ ਸੂਰਤ ਦੇ ਲੀ ਮੈਰੀਡੀਅਨ ਹੋਟਲ ਦੇ ਵਿੱਚ ਰੁਕੇ ਹੋਏ ਆ। ਵਿਧਾਇਕਾਂ ਨੂੰ ਸੂਰਤ ਲਿਆਉਣ ਦੇ ਵਾਸਤੇ ਭਾਰਤੀ ਜਨਤਾ ਪਾਰਟੀ ਦੇ 2 ਵੱਡੇ ਨੇਤਾਵਾਂ ਦੇ ਨਾਮ ਸਾਹਮਣੇ ਆ ਰਹੇ ਆ, ਜਿਹੜੇ ਕਿ ਇਹਨਾਂ ਵਿਧਾਇਕਾਂ ਦੇ ਨਾਲ ਲਿੰਕ ਦੇ ਵਿੱਚ ਨੇ। ਸ਼ਿੰਦੇ ਸਣੇ ਸ਼ਿਵ ਸੈਨਾ ਦੇ 15 ਵਿਧਾਇਕ ਸੂਰਤ ਦੇ ਹੋਟਲ ਦੇ ਵਿੱਚ ਰੁਕੇ ਆ। ਇਹਨਾਂ ਦੇ ਵਿੱਚ ਸ਼ਾਹਜੀ ਬਾਪੂ ਪਟੇਲ, ਮਹੇਸ਼ ਸ਼ਿੰਦੇ, ਭਰਤ ਗੋਗਾਵਲੇ, ਮਹਿੰਦਰ ਦਠਵੀ, ਮਹੇਸ਼ ਥੋਰਵੇ, ਵਿਸ਼ਵਨਾਥ ਭੋਇਰੀ, ਸੰਜੇ ਰਾਠੌਰ, ਸੰਦੀਪਾਨ ਭੁਮਰੇ ਜਿਹੜਾ ਉਹ ਸ਼ਾਮਲ ਨੇ। ਔਰ ਜਿਹੜੇ ਆਜ਼ਾਦ ਵਿਧਾਇਕ ਨੇ ਉਹ ਉਹਨਾਂ ਨੂੰ ਡਿਫਰੈਂਟ ਹੋਟਲ ਦੇ ਵਿੱਚ ਠਹਿਰਾਇਆ ਹੋਇਆ। ਜੇ ਮਹਾ ਵਿਕਾਸ ਅਗਾੜੀ ਦਾ ਬਹੁਮਤ 151 ਤੱਕ ਡਿੱਗ ਪਿਆ ਤਾਂ ਰਾਜ ਸਭਾ ਚੋਣ ਦੇ ਦੌਰਾਨ ਮਹਾ ਵਿਕਾਸ ਅਗਾੜੀ ਦੇ ਕੋਲੇ 162 ਵਿਧਾਇਕ ਸੀਗੇ। ਪਹਿਲਾਂ ਇਹ ਗਿਣਤੀ 170 ਸੀ। ਰਾਜ ਸਭਾ ਚੋਣਾਂ ਤੋਂ ਬਾਅਦ ਮਹਾ ਵਿਕਾਸ ਅਗਾੜੀ ਦੇ 11 ਵਿਧਾਇਕ ਜਿਹੜੇ ਆ ਉਹ ਘੱਟ ਹੋ ਗਿਆ। ਔਰ ਪ੍ਰੀਸ਼ਦ ਚੋਣਾਂ ਦੇ ਵਿੱਚ ਤੋਂ ਪਹਿਲਾਂ ਤੇ ਬਾਅਦ ਦੇ ਵਿੱਚ ਦੇਖਿਆ ਜਾਵੇ ਤਾਂ ਕੁੱਲ 19 ਵਿਧਾਇਕ ਮਹਾ ਵਿਕਾਸ ਅਗਾੜੀ ਤੋਂ ਸਾਈਡ ਤੇ ਹੋ ਗਿਆ। ਦੂਜੇ ਪਾਸੇ ਭਾਜਪਾ ਨੂੰ 134 ਵਿਧਾਇਕਾਂ ਦਾ ਸਮਰਥਨ ਪ੍ਰਾਪਤ ਹੈ। ਸਰਕਾਰ ਟਿਕਣ ਦੇ ਵਾਸਤੇ 144 ਵਿਧਾਇਕਾਂ ਦਾ ਬਹੁਮਤ ਹੋਣਾ ਜ਼ਰੂਰੀ ਆ। ਮਹਾਰਾਸ਼ਟਰ ਵਿਧਾਨ ਸਭਾ ਦੇ ਵਿੱਚ 288 ਸੀਟਾਂ ਨੇ, 144 ਬਹੁਮਤ ਚਾਹੀਦਾ। ਸ਼ਿਵ ਸੈਨਾ ਦੀਆਂ ਆਪਣੀਆਂ 56, ਐਨਸੀਪੀ ਦੀਆਂ 53, ਕਾਂਗਰਸ ਦੀਆਂ 44, ਕੁੱਲ 153 ਨੇ। ਔਰ ਐਨਡੀਏ ਦੇ ਕੋਲੇ ਭਾਜਪਾ ਕੋਲੇ 106 ਨੇ, ਆਰਏਐਸਪੀ ਕੋ 1 ਹੈ, ਜੇਐਸਐਸ ਕੋਲੇ 1 ਹੈ, ਆਜ਼ਾਦ 5 ਨੇ, ਕੁੱਲ 13 ਨੇ। ਔਰ ਜੇ ਇਹ ਜਾ ਕੇ ਮਿਲਦੇ ਨੇ ਸ਼ਿੰਦੇ ਵਾਲੇ, ਜੇ ਸ਼ਿਵ ਸੈਨਾ ਦੇ ਵਿੱਚ ਬਗਾਵਤ ਹੁੰਦੀ ਹੈ ਤਾਂ ਦਲ ਬਦਲੂ ਕਾਨੂੰਨ ਸਭ ਤੋਂ ਵੱਡਾ ਚੈਲੰਜ ਰਹੂਗਾ। ਬਗਾਵਤ ਦੇ ਵਾਸਤੇ ਸ਼ਿੰਦੇ ਨੂੰ ਇਹਨਾਂ ਵਿਧਾਇਕਾਂ ਦੀ ਜਿਹੜੀ ਮੈਂਬਰੀ ਆ ਉਹਨੂੰ ਕਾਇਮ ਰੱਖਣਾ ਹੋਊਗਾ। ਮਹਾਰਾਸ਼ਟਰ ਵਿਧਾਨ ਸਭਾ ਦੇ ਵਿੱਚ ਸ਼ਿਵ ਸੈਨਾ ਦੇ ਕੋਲੇ ਕੁੱਲ 56 ਵਿਧਾਇਕ ਨੇ। ਕਾਨੂੰਨ ਦੇ ਮੁਤਾਬਕ ਸ਼ਿੰਦੇ ਨੂੰ 2/3 ਵਿਧਾਇਕ ਮਤਲਬ ਕਿ 37 ਵਿਧਾਇਕ ਆਪਣੇ ਨਾਲ ਜੋੜਨੇ ਪੈਣਗੇ ਸ਼ਿਵ ਸੈਨਾ ਦੇ, ਆਜ਼ਾਦ ਵਾਲੇ ਨਹੀਂ, ਸ਼ਿਵ ਸੈਨਾ ਦੇ। ਫਿਲਹਾਲ ਸ਼ਿੰਦੇ ਦੇ ਕੋਲੇ 30 ਵਿਧਾਇਕ ਨੇ। ਦਾਅਵਾ ਇਹ ਕੀਤਾ ਜਾ ਰਿਹਾ ਕਿ ਸ਼ਿਵ ਸੈਨਾ ਦੇ ਇਹਦੇ ਵਿੱਚ 15 ਵਿਧਾਇਕ ਨੇ। ਸੰਜੇ ਰਾਉਤ ਨੇ ਇਹ ਗੱਲ ਕਹੀ ਹੈ ਕਿ ਇਹਦੇ ਨਾਲ ਕੋਈ ਭੁਚਾਲ ਨਹੀਂ ਆਉਣ ਲੱਗਿਆ। ਭੁਚਾਲ ਆਉਂਦਾ ਜਾਂ ਨਹੀਂ ਆਉਂਦਾ, ਜਿਹੜੀ ਨੰਬਰ ਗੇਮ ਤੁਹਾਨੂੰ ਮੈਂ ਦੱਸੀ ਹੈ, ਸ਼ਾਇਦ ਉਹ ਕਿਤੇ ਨਾ ਕਿਤੇ ਜਿਹੜਾ ਸ਼ਿੰਦੇ ਦਾ ਟਵੀਟ ਆਇਆ ਉਹਦੀ ਕਹਾਣੀ ਜਿਹੜੀ ਉਹ ਕਹਿ ਰਹੀ ਆ, ਕਿਉਂਕਿ ਉਹ ਦੋਵੇਂ ਪਾਸੇ ਰੱਖਣਾ ਚਾਹੁੰਦਾ ਕਿ ਕਿਧਰੋਂ ਟੁੱਟੇ ਨਾ ਕਿਸੇ ਤਰੀਕੇ ਨਾਲ, ਕਿਉਂਕਿ ਨੰਬਰ ਗੇਮ ਉਹਦੇ ਕੋਲੇ ਹਾਲ ਦੀ ਘੜੀ ਨਹੀਂ ਹੈਗੀ। ਜੇ ਨੰਬਰਾਂ ਦੇ ਹਿਸਾਬ ਦੇ ਨਾਲ ਦੇਖਿਆ ਜਾਵੇ 37 ਵਿਧਾਇਕ ਉਹਨੂੰ ਚਾਹੀਦੇ ਆ, ਇੰਨੇ ਅਜੇ ਉਹਦੇ ਕੋਲੇ ਹੈ ਨਹੀਂ। ਉਹ ਇਸ ਨੰਬਰ ਤੋਂ ਬਹੁਤ ਦੂਰ ਹੈ, ਪਰ ਸਰਕਾਰ ਤੋੜ ਸਕਣ ਦੀ ਸਥਿਤੀ ਦੇ ਵਿੱਚ ਹੈਗਾ। ਮਤਲਬ ਇਹ ਕਿ ਉਹ ਜੋੜ ਤੋੜ ਕਰ ਸਕਦਾ। ਇਹ ਸ਼ਿਵ ਸੈਨਾ ਦੇ ਉੱਤੇ ਬੜਾ ਕੁਝ ਨਿਰਭਰ ਕਰੂਗਾ। ਸ਼ਿਵ ਸੈਨਾ ਕੀ ਕਰਦੀ ਹੈ, ਕੀ ਉਹ ਆਪਣੀ ਪੁਰਾਣੀ ਗੱਠਜੋੜ ਵਾਲੀ ਪਾਰਟੀ ਭਾਜਪਾ ਦੇ ਨਾਲ ਜਾਂਦੀ ਹੈ ਜਾਂ ਨਹੀਂ। ਮਹਾਰਾਸ਼ਟਰ ਦੇ ਵਿੱਚ ਸਿਆਸੀ ਭੁਚਾਲ ਆਉਂਦਾ ਹੈ ਕਿ ਨਹੀਂ, ਇਹ ਸਾਨੂੰ ਸਮਾਂ ਦੱਸੇਗਾ। ਖੈਰ, ਅਸੀਂ ਰੁਖ ਅਗਲੇ ਮੁੱਦੇ ਵੱਲ ਕਰਦੇ ਹਾਂ, ਪਰ ਇਸ ਵੇਲੇ ਵੇਲਾ ਛੋਟੀ ਜਿਹੀ ਬ੍ਰੇਕ ਦਾ ਹੋ ਚੁੱਕਾ ਹੈ। ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਸੱਚੀਆਂ ਤੇ ਖਰੀਆਂ ਪੰਨੂ ਦੀਆਂ ਦੇਖਣ ਵਾਲੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਪੰਨੂ ਸਾਹਿਬ, ਗੱਲ ਅਸੀਂ ਸੰਗਰੂਰ ਇਲੈਕਸ਼ਨ ਦੀ ਕਰਨੀ ਹੈ, ਪਰ ਉਸ ਤੋਂ ਪਹਿਲਾਂ ਰਾਸ਼ਟਰਪਤੀ ਦੀ ਚੋਣ ਦੀ ਗੱਲ ਕਰ ਲਈਏ। ਸਾਡੇ ਜਿਹੜੇ ਰਾਸ਼ਟਰਪਤੀ ਨੇ ਰਾਮਨਾਥ ਕੋਵਿੰਦ, 24 ਜੁਲਾਈ ਨੂੰ ਉਹਨਾਂ ਦਾ ਕਾਰਜਕਾਲ ਖਤਮ ਹੋ ਜਾਣਾ ਤੇ ਉਸ ਤੋਂ ਪਹਿਲਾਂ 18 ਜੁਲਾਈ ਨੂੰ ਇਲੈਕਸ਼ਨ ਹੋਣੀ ਹੈ ਨਵੇਂ ਰਾਸ਼ਟਰਪਤੀ ਵਾਸਤੇ। ਜਿਹੜੇ ਵਿਰੋਧੀ ਨੇ ਉਹ ਬਾਰ-ਬਾਰ ਮੀਟਿੰਗਸ ਕਰ ਰਹੇ ਨੇ, ਗੋਡੇ ਮੋਢੇ ਜੋੜ ਕੇ ਬਹਿੰਦੇ ਨੇ ਵੀ ਕਿਹਨੂੰ ਖੜਾ ਕਰੀਏ ਰਾਸ਼ਟਰਪਤੀ ਦੇ ਕੈਂਡੀਡੇਟ ਲਈ। ਕੀ ਗੱਲ ਪੰਨੂ ਸਾਹਿਬ, ਉਹਨਾਂ ਨੂੰ ਬੰਦਾ ਨਹੀਂ ਲੱਭਦਾ ਕਿ ਕਹਾਣੀ ਕੋਈ ਹੋਰ ਹੈ? ਨੰਬਰ ਦੀ ਖੇਡ ਹੈ ਜੀ। ਵੈਸੇ ਰਾਸ਼ਟਰਪਤੀ ਦਾ ਅਹੁਦਾ ਕਿਸੇ ਵੇਲੇ ਇਸ ਪੱਖੋਂ ਦੇਖਿਆ ਜਾਂਦਾ ਹੁੰਦਾ ਸੀਗਾ ਕਿ ਇਹਦੇ ਵਿੱਚ ਸਿਆਸਤ ਨਾ ਕਰੋ। ਸਿਆਸਤ ਤੋਂ ਲਾਂਭੇ ਹੋ ਕੇ ਸਾਰੀਆਂ ਪਾਰਟੀਆਂ ਇੱਕ ਜੁਟਤਾ ਦੇ ਨਾਲ ਇੱਕ ਰਾਸ਼ਟਰਪਤੀ ਚੁਣ ਲੈਂਦੀਆਂ ਸੀਗੀਆਂ। ਵੇਖਿਆ ਜਾਵੇ ਤਾਂ ਰਾਸ਼ਟਰਪਤੀ ਦੀ ਅਹਿਮੀਅਤ ਕਿੰਨੀ ਹੈ, ਜੇ ਆਪਾਂ ਸਿਆਸੀ ਰੂਪ ਦੇ ਵਿੱਚ ਦੇਖੀਏ ਤਾਂ ਬਹੁਤ ਵੱਡੀ
ਨਹੀਂ ਹੈਗੀ। ਹੈ ਇੱਕ ਅਹੁਦਾ, ਸੰਵਿਧਾਨਕ ਅਹੁਦਾ ਹੈ, ਉੱਚਾ ਅਹੁਦਾ ਹੈ, ਪਾਵਰ ਤਾਂ ਪ੍ਰਧਾਨ ਮੰਤਰੀ ਦੇ ਕੋਲੇ ਸਾਰੀ ਹੁੰਦੀ ਹੈ। ਪਿਛਲੇ ਦਿਨਾਂ ਤੋਂ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਦੇਖੋ, ਇਹ ਹੈ ਕਿ ਇੱਕ ਪੁਰਾਣੀ ਕਹਾਣੀ ਸੁਣਾਉਂਦੇ ਹੁੰਦੇ ਆ ਕਿ ਇੱਕ ਦਰਿਆ ਦੇ ਇੱਕ ਪਾਸੇ ਹਿਰਨ ਦਾ ਜਿਹੜਾ ਬੱਚਾ ਉਹ ਪਾਣੀ ਪੀ ਰਿਹਾ ਸੀ, ਤੇ ਦਰਿਆ ਦੇ ਐਨ ਦੂਜੇ ਪਾਸੇ ਬਘਿਆੜ ਪਾਣੀ ਪੀ ਰਿਹਾ ਸੀ। ਸੋ ਉਹ ਪੈਰ ਉੱਥੇ ਮਿੱਟੀ ਪੱਟੀ ਜਾਵੇ ਪੈਰਾਂ ਦੇ ਨਾਲ ਇੱਧਰ ਉੱਧਰ, ਤੇ ਉਹ ਜਿਹੜੇ ਨਾਲ ਦਾ ਬਘਿਆੜ ਸੀ ਉਹ ਕਹਿੰਦਾ ਵੀ ਉਹ ਦਰਿਆ ਦੇ ਦੂਜੇ ਪਾਸੇ ਆ, ਤੂੰ ਐਵੇਂ ਇੱਧਰ ਜ਼ੋਰ ਨਾ ਲਾਈ ਜਾ। ਉਹ ਕਹਿੰਦਾ ਪਤਾ ਮੈਨੂੰ ਵੀ ਆ ਵੀ ਐਡਾ ਸੌਖਾ ਤਾਂ ਪਾਣੀ ਨਹੀਂ ਨਾ ਪੀਣ ਦਿੰਦਾ ਮੈਂ, ਬੇਸ਼ੱਕ ਮੈਂ ਦਰਿਆ ਦੇ ਦੂਜੇ ਪਾਸੇ ਆ। ਤੇ ਉਹ ਕਹਾਣੀ ਇਹੋ ਜਿਹੀ ਆ ਵੀ ਐਡਾ ਸੌਖਾ ਵੀ ਕਿਤੇ ਰਾਸ਼ਟਰਪਤੀ ਨਾ ਜਿੱਤ ਜੇ। ਵਿਰੋਧੀ ਧਿਰਾਂ ਨੰਬਰ ਜਿਹੜਾ ਉਹ ਗੇਮ ਜਟਾਉਣ ਦੇ ਚੱਕਰ ਦੇ ਵਿੱਚ ਆ। ਅੱਛਾ, ਇਸ ਤਰ੍ਹਾਂ ਦੀ ਗੇਮ ਵੀ ਨਹੀਂ ਹੈਗੀ ਕਿ ਇਹ ਗੇਮ ਬਣ ਨਹੀਂ ਸਕਦੀ, ਕਿਉਂਕਿ ਜੇ ਕੈਂਡੀਡੇਟ ਉਹੋ ਜਿਹਾ ਆ ਗਿਆ ਤੇ ਫਿਰ ਹੋ ਸਕਦਾ ਕਿ ਨੰਬਰ ਦੀ ਗੇਮ ਜਿਹੜੀ ਉਹ ਘੁੰਮਣੀ ਵੀ ਸ਼ੁਰੂ ਹੋ ਜੇ। ਨਾਮ ਆਇਆ ਸੀਗਾ ਐਨਸੀਪੀ ਵਾਲੇ ਸ਼ਰਦ ਪਵਾਰ ਹੋਰਾਂ ਦਾ, ਫਿਰ ਨਾਮ ਆਇਆ ਫਾਰੂਕ ਅਬਦੁੱਲਾ ਹੋਰਾਂ ਦਾ, ਫਿਰ ਕ੍ਰਿਸ਼ਨ ਗਾਂਧੀ ਹੋਰਾਂ ਦਾ ਨਾਮ ਵੀ ਆਇਆ। ਇਹਨਾਂ ਤਿੰਨਾਂ ਨੇ ਇਨਕਾਰ ਕਰ ਦਿੱਤਾ। ਸ਼ਰਦ ਪਵਾਰ ਘਾਗ ਸਿਆਸਤਦਾਨ ਨੇ ਮੁਲਕ ਦੇ, ਫਾਰੂਕ ਅਬਦੁੱਲਾ ਬੇਸ਼ੱਕ ਉਹਨਾਂ ਦੀ ਰਾਜਨੀਤੀ ਜੰਮੂ ਕਸ਼ਮੀਰ ਤੱਕ ਸੀਮਤ ਰਹੀ ਹੈ, ਪਰ ਉਹ ਕੇਂਦਰੀ ਸਿਆਸਤ ਦੇ ਵਿੱਚ ਵੀ ਕੰਮ ਤਾਂ ਚੰਗਾ ਕਰਦੇ ਰਹੇ ਨੇ। ਦੋਨੋਂ ਨੇਤਾ ਉਮਰ ਦੇ ਉਸ ਪੜਾਅ ਦੇ ਉੱਤੇ ਨੇ। ਹੁਣ ਸਾਰੇ ਤਾਂ ਪ੍ਰਕਾਸ਼ ਸਿੰਘ ਬਾਦਲ ਨਹੀਂ ਨਾ ਹੁੰਦੇ ਵੀ 94 ਸਾਲ ਦੀ ਉਮਰ ਦੇ ਵਿੱਚ ਵੀ ਕਹਿ ਦੇਣ ਵੀ ਇੱਕ ਮੌਕਾ ਦੇ ਕੇ ਦੇਖ ਲਓ, ਮੈਨੂੰ ਦੇ ਦਿਓ ਇੱਕ ਮੌਕਾ ਹੋਰ। ਉਹ ਇਹ ਸਮਝਦੇ ਆ ਕਿ ਇਹ ਚੋਣ ਕੀ ਪਤਾ ਆਖਰੀ ਨਾ ਹੋਵੇ ਤੇ ਐਵੇਂ ਪੰਗਾ ਕਿਉਂ ਲਈਏ, ਹਾਰਦੀ ਇਹ ਚੋਣ। ਉਹ ਇਸ ਆਸ ਦੇ ਉੱਤੇ ਤਾਂ ਆ ਸਕਦੇ ਆ ਇਹਦੇ 'ਚ ਕਿ ਸਾਰੀਆਂ ਧਿਰਾਂ, ਜਿੱਥੋਂ ਮੈਂ ਸਟਾਰਟ ਕੀਤਾ ਸੀ ਵੀ ਸਾਰੀਆਂ ਧਿਰਾਂ ਇਹ ਕਹਿ ਦੇਣ ਠੀਕ ਹੈ ਜੀ ਇਹ ਮਨਜ਼ੂਰ ਹੈ। ਹੁਣ ਸਾਰੀਆਂ ਧਿਰਾਂ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਕਿਵੇਂ ਕਹਿ ਸਕਦੀ ਹੈ ਕਿ ਸ਼ਰਦ ਪਵਾਰ ਸਾਨੂੰ ਮਨਜ਼ੂਰ ਨੇ ਜਾਂ ਫਾਰੂਕ ਅਬਦੁੱਲਾ ਸਾਨੂੰ ਮਨਜ਼ੂਰ ਨੇ? ਉਹ ਉਹਨਾਂ ਦੇ ਵਾਸਤੇ ਤਾਂ ਨਹੀਂ ਕਹੂੰਗੇ। ਕ੍ਰਿਸ਼ਨ ਗਾਂਧੀ ਵੀ ਹੁਣੀ ਵੀ ਉਹਨਾਂ ਨੂੰ ਮਨਜ਼ੂਰ ਨਹੀਂ ਹੋ ਸਕਦੇ, ਕਿਉਂਕਿ ਨਹਿਰੂ ਗਾਂਧੀ ਦੇ ਖਿਲਾਫ ਬੋਲਦੇ ਹੀ ਰਹਿੰਦੇ ਨੇ। ਇਸ ਕਰਕੇ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਉਹਨਾਂ ਨੂੰ ਕੋਈ ਮਨਜ਼ੂਰ ਨਹੀਂ ਹੋਊਗਾ। ਵਿਰੋਧੀ ਧਿਰਾਂ ਜਿਹੜੀਆਂ ਰਾਸ਼ਟਰਪਤੀ ਦੇ ਚੋਣ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਸਭ ਤੋਂ ਵੱਧ ਜਿਹੜੇ ਐਕਟਿਵ ਨਜ਼ਰ ਆਉਂਦੇ ਆ ਉਹ ਤ੍ਰਿਣਮੂਲ ਕਾਂਗਰਸ ਦੇ ਮਮਤਾ ਬੈਨਰਜੀ ਨਜ਼ਰ ਆਉਂਦੇ ਆ ਜੀ। ਮਮਤਾ ਬੈਨਰਜੀ ਹਰ ਪੱਖੋਂ ਜਿਹੜੀ ਕੋਸ਼ਿਸ਼ ਕਰ ਰਿਹਾ ਕਿ ਕਿਸੇ ਤਰੀਕੇ ਦੇ ਨਾਲ ਇੱਕ ਕੈਂਡੀਡੇਟ ਦੇ ਕੇ ਇਸ ਚੋਣ ਨੂੰ ਮਗਾਇਆ ਜਾਵੇ, ਕਿਉਂਕਿ ਅਕਸਰ ਇਹ ਹੁੰਦਾ ਕਿ ਇੱਕ ਚੋਣ ਉਮੀਦਵਾਰ ਜਿਹੜਾ ਸੱਤਾਧਾਰੀ ਧਿਰ ਆ ਉਹ ਖੜਾ ਕਰ ਦਿੰਦੀ ਹੈ ਤਾਂ ਚੁੱਪ ਕਰਕੇ ਉੱਥੇ ਬੈਠਾ ਜਿੱਤ ਜਾਂਦਾ। ਕਿਸੇ ਵੇਲੇ ਇਹ ਹੁੰਦਾ ਸੀਗਾ ਕਿ ਜਿਹੜਾ ਕੈਂਡੀਡੇਟ ਸੀਗਾ ਉਹਨੂੰ ਅਪਰੋਚ ਕਰਨੀ ਪੈਂਦੀ ਸੀ ਸਿਆਸੀ ਪਾਰਟੀਆਂ ਤੱਕ, ਸਾਰੀਆਂ ਤੱਕ। ਇਸ ਵੇਲੇ ਜੇ ਆਪਾਂ ਰਾਜ ਸਭਾ ਦੀ ਗੱਲ ਕਰੀਏ ਤੇ ਨੰਬਰ ਗੇਮ ਦੇ ਵਿੱਚ ਜਿਹੜੀ ਵਿਰੋਧੀ ਧਿਰ ਹੈ ਜੇ ਉਹ 21 ਨਹੀਂ ਤਾਂ 19 ਵੀ ਨਹੀਂ ਗੀ, ਉਹ ਬਰਾਬਰ ਦੇ ਉੱਤੇ ਜਿਹੜੀ ਉਹ ਖੜੀ ਹੈ। ਪਰ ਨੰਬਰ ਭਾਰਤੀ ਜਨਤਾ ਪਾਰਟੀ ਦੇ ਹੱਕ 'ਚ ਹੈਗੇ ਆ। ਭਾਰਤੀ ਜਨਤਾ ਪਾਰਟੀ ਨੂੰ ਇਹ ਵੀ ਪਤਾ ਹੈ ਕਿ ਜਿਹੜੇ ਕੁਝ ਨੰਬਰ ਘਟਦੇ ਨੇ ਉਹ ਉਹਨਾਂ ਨੇ ਕਿਤੋਂ ਨਾ ਕਿਤੋਂ ਪੂਰੇ ਕਰ ਲੈਣੇ ਆ। ਹੁਣ ਜਦੋਂ ਜਿਹੜੀਆਂ ਵਿਰੋਧੀ ਧਿਰਾਂ ਦੀ ਮੀਟਿੰਗ ਚੱਲ ਰਹੀ ਹੈ ਕਿ ਕਿਹੜਾ ਰਾਸ਼ਟਰਪਤੀ ਦਾ ਉਮੀਦਵਾਰ ਹੋਵੇ, ਤਾਂ ਉਹਦੇ ਵਿੱਚ ਇੱਕ ਟਵਿਸਟ ਜਿਹੜਾ ਇਹ ਕਿਹਾ ਜਾ ਸਕਦਾ ਕਿ ਟਵਿਸਟ ਆਇਆ। ਟਵਿਸਟ ਉਹਦੇ ਵਿੱਚ ਕੀ ਆ ਕਿ ਜਿਹੜੇ ਸਾਬਕਾ ਕੇਂਦਰੀ ਮੰਤਰੀ ਤੇ ਮੌਜੂਦਾ ਤ੍ਰਿਣਮੂਲ ਕਾਂਗਰਸ ਦੇ ਨੇਤਾ ਯਸ਼ਵੰਤ ਸਿਨਹਾ, ਉਹਨਾਂ ਨੇ ਪਾਰਟੀ ਤੋਂ ਅਸਤੀਫਾ ਦੇਣ ਦੀ ਪੇਸ਼ਕਸ਼ ਕੀਤੀ ਹੈ ਤ੍ਰਿਣਮੂਲ ਕਾਂਗਰਸ ਤੋਂ। ਔਰ ਉਹਨਾਂ ਦੀ ਜਿਹੜੀ ਇੱਕ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਹੈ, ਉਹਨਾਂ ਨੇ ਇਹ ਗੱਲ ਕਲੀਅਰਲੀ ਕਹਿਤੀ ਹੈ ਕਿ ਮੈਂ ਰਾਸ਼ਟਰਪਤੀ ਰੇਸ ਦੇ ਵਿੱਚ ਸ਼ਾਮਲ ਹੋਣ ਦੇ ਵਾਸਤੇ ਤਿਆਰ ਹਾਂ। ਇਹ ਵਾਕਈ ਇੱਕ ਸਿਆਸਤ ਦਾ ਟਵਿਸਟ ਹੈ। ਔਰ ਉਹਨਾਂ ਦਾ ਬਿਆਨ ਜਿਹੜਾ ਉਦੋਂ ਸਾਹਮਣੇ ਆਇਆ ਜਦੋਂ ਵਿਰੋਧੀ ਧਿਰਾਂ ਜਿਹੜੀਆਂ ਹੈ ਉਹ ਇਸ ਵੇਲੇ ਕੋਸ਼ਿਸ਼ ਕਰ ਰਹੀਆਂ ਨੇ ਕਿ ਇੱਕ ਉਮੀਦਵਾਰ ਜਿਹੜਾ ਉਹ ਦਿੱਤਾ ਜਾਵੇ। ਉਹਨਾਂ ਨੇ ਇਹ ਗੱਲ ਕਹੀ ਆ ਕਿ ਮਮਤਾ ਬੈਨਰਜੀ ਹੋਰਾਂ ਨੇ ਤ੍ਰਿਣਮੂਲ ਕਾਂਗਰਸ ਦੇ ਵਿੱਚ ਜਿਹੜਾ ਮੈਨੂੰ ਸਨਮਾਨ ਦਿੱਤਾ, ਮੇਰੀ ਇੱਜ਼ਤ ਵਧਾਈ ਆ, ਉਹਦੇ ਵਾਸਤੇ ਮੈਂ ਉਹਨਾਂ ਦਾ ਸ਼ੁਕਰਗੁਜ਼ਾਰ ਹਾਂ। ਉਹ ਕਹਿੰਦੇ ਸਮਾਂ ਆ ਗਿਆ ਕਿ ਮੈਂ ਇੱਕ ਵੱਡੇ ਉਦੇਸ਼ ਦੇ ਵਾਸਤੇ ਪਾਰਟੀ ਤੋਂ ਵੱਖਰਾ ਹੋ ਜਾਵਾਂ ਤਾਂ ਕਿ ਵਿਰੋਧੀ ਧਿਰਾਂ ਇਕਜੁੱਟ ਹੋ ਕੇ ਕੰਮ ਕਰ ਸਕਣ। ਔਰ ਉਹ ਇਹ ਕਹਿੰਦਾ ਕਿ ਮੈਨੂੰ ਉਮੀਦ ਹੈ ਕਿ ਮਮਤਾ ਜੀ ਮੇਰੇ ਇਸ ਸਟੈਪ ਨੂੰ ਸਵੀਕਾਰ ਕਰਨਗੇ। ਇੱਕ ਗੱਲ ਤਾਂ ਇਹਦੇ ਵਿੱਚ ਕਲੀਅਰ ਹੈ ਕਿ ਇਹ ਜਿਹੜਾ ਮੂਵ ਹੈ ਇਹ ਮਮਤਾ ਬੈਨਰਜੀ ਦਾ ਮੂਵ ਹੈ, ਯਸ਼ਵੰਤ ਸਿਨਹਾ ਹੋਰਾਂ ਦਾ ਨਹੀਂ। ਕਿਉਂਕਿ ਜੇ ਉਹ ਤ੍ਰਿਣਮੂਲ ਕਾਂਗਰਸ ਦੇ ਮਮਤਾ ਬੈਨਰਜੀ ਹੋਰਾਂ ਦੇ ਜਿਹੜਾ ਸਹਿਮਤੀ ਦੇ ਨਾਲ ਹੀ ਤ੍ਰਿਣਮੂਲ ਕਾਂਗਰਸ ਤੋਂ ਲਾਂਭੇ ਆ ਰਹੇ ਆ। ਯਸ਼ਵੰਤ ਸਿਨਹਾ ਹੋਰਾਂ ਦਾ ਇੱਕ ਨਾਮ ਇਸ ਤਰ੍ਹਾਂ ਦਾ ਹੈ ਜਿਹੜੇ ਇਹ ਕਿਹਾ ਜਾ ਸਕਦਾ ਕਿ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਨੇਤਾਵਾਂ ਦੇ ਵਿੱਚੋਂ ਇੱਕ ਨੇ ਜਿਹੜੇ ਫਲੈਕਸੀਬਲ ਨੇਤਾ ਦੇ ਤੌਰ ਦੇ ਉੱਤੇ ਜਾਣੇ
ਜਾਂਦੇ ਹੁੰਦੇ ਸੀਗੇ ਅਟਲ ਬਿਹਾਰੀ ਵਾਜਪੇਈ ਹੋਰਾਂ ਦੀ ਸਰਕਾਰ ਦੇ ਵੇਲੇ। ਯਸ਼ਵੰਤ ਸਿਨਹਾ ਸਾਬਕਾ ਅਫਸਰਸ਼ਾਹ ਵੀ ਨੇ। 1960 ਦੇ ਵਿੱਚ ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸ ਦੇ ਨਾਲ ਉਹ ਜੁੜੇ, IAS ਸੀਗੇ। ਜੂਨ 96 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਹ ਨੈਸ਼ਨਲ ਬੁਲਾਰੇ ਬਣ ਗਏ ਔਰ ਬਹੁਤ ਵੱਖੋ ਵੱਖਰੇ ਅਹੁਦਿਆਂ ਦੇ ਉੱਤੇ ਰਹੇ। 98, 99 ਤੇ 2009 ਦੇ ਵਿੱਚ ਝਾਰਖੰਡ ਦੀ ਹਜ਼ਾਰੀਬਾਗ ਸੀਟ ਤੋਂ ਲੋਕ ਸਭਾ ਦੇ ਵਾਸਤੇ ਚੁਣੇ ਗਏ। 98 ਦੇ ਵਿੱਚ ਅਟਲ ਬਿਹਾਰੀ ਵਾਜਪੇਈ ਦੀ ਸਰਕਾਰ ਦੇ ਵਿੱਚ ਵਿੱਤ ਮੰਤਰੀ ਵਰਗੇ ਅਹਿਮ ਮੰਤਰਾਲੇ ਦੇ ਉੱਤੇ ਬਣੇ। 2002 ਨੂੰ ਵਿਦੇਸ਼ ਮੰਤਰੀ ਦੀ ਜ਼ਿੰਮੇਵਾਰੀ ਉਹਨਾਂ ਨੂੰ ਮਿਲੀ। 4 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਹਜ਼ਾਰੀਬਾਗ ਸੀਟ ਤੋਂ ਹਾਰ ਗਏ। 13 ਜੂਨ 2009 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਮੀਤ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। 18 ਦੇ ਵਿੱਚ ਪਾਰਟੀ ਦੀ ਖਰਾਬ ਸਥਿਤੀ ਦਾ ਹਵਾਲਾ ਦੇ ਕੇ ਭਾਜਪਾ ਛੱਡਤੀ। ਅਸਲ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਖਰਾਬ ਸਥਿਤੀ ਨਹੀਂ, ਕਿਉਂਕਿ ਉਹਨਾਂ ਨੂੰ ਅਹੁਦਾ ਨਹੀਂ ਸੀ ਦਿੱਤਾ ਗਿਆ ਔਰ ਜਿਹੜੇ ਬਜ਼ੁਰਗ ਨੇਤਾਵਾਂ ਦਾ, ਵੱਡੇ ਨੇਤਾਵਾਂ ਦਾ ਇੱਕ ਬਣਾ ਦਿੱਤਾ ਗਿਆ ਸੀ, ਉਹਦੇ ਵਿੱਚ ਉਹਨਾਂ ਨੂੰ ਸ਼ਾਮਲ ਕਰ ਲਿਆ ਗਿਆ ਸੀਗਾ। 2021 ਦੇ ਵਿੱਚ ਉਹਨਾਂ ਨੇ ਤ੍ਰਿਣਮੂਲ ਕਾਂਗਰਸ ਜੁਆਇਨ ਕੀਤੀ ਤੇ ਉਹ ਪਾਰਟੀ ਦੇ ਵਾਈਸ ਪ੍ਰੈਜ਼ੀਡੈਂਟ ਨੇ ਤ੍ਰਿਣਮੂਲ ਕਾਂਗਰਸ ਦੇ। ਔਰ ਜੇ ਇਹਨਾਂ ਦਾ ਨਾਮ ਆ ਜਾਂਦਾ ਸਾਹਮਣੇ, ਯਸ਼ਵੰਤ ਸਿਨਹਾ ਉਹਨਾਂ ਦਾ, ਤਾਂ ਇਹਦੇ ਵਿੱਚ ਕੁਝ ਚੀਜ਼ਾਂ ਬੜੀਆਂ ਅਹਿਮ ਰਹਿਣਗੀਆਂ। ਇੱਕ ਤਾਂ ਇਹ ਕਿ ਇਹਨਾਂ ਦੇ ਸੰਬੰਧ ਜਿਹੜੇ ਨੇ ਉਹ ਵੱਖ-ਵੱਖ ਵਿਰੋਧੀ ਧਿਰਾਂ ਦੀਆਂ ਉਹਨਾਂ ਪਾਰਟੀਆਂ ਦੇ ਨਾਲ ਚੰਗੇ ਨੇ ਜਿਹੜੀਆਂ ਨੇ ਅਜੇ ਇਸ ਜਿਹੜੀ ਪੂਲ ਆ ਉਹਦੇ ਵਿੱਚ ਸ਼ਾਮਲ ਨਹੀਂ ਹੋਈਆਂ, ਜਿਹਨੂੰ ਕਿ ਅਗਵਾਈ ਕਰ ਰਹੀ ਹੈ ਤ੍ਰਿਣਮੂਲ ਕਾਂਗਰਸ ਦੀ ਅਗਵਾਈ ਕਰ ਰਹੀ ਹੈ ਜਾਂ ਸਭ ਤੋਂ ਵੱਧ ਐਕਟਿਵ ਨਜ਼ਰ ਆ ਰਹੇ ਹੈ। ਕਿਉਂਕਿ ਮਮਤਾ ਬੈਨਰਜੀ ਹੋਰਾਂ ਦੀ ਇੱਕ ਜਿਹੜੀ ਅਪਰੋਚ ਹੈ ਉਹ ਇਹ ਆ ਕਿ ਉਹ ਕੇਂਦਰ ਦੀ ਰਾਜਨੀਤੀ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਆ ਜਾਣਾ ਚਾਹੁੰਦੇ। ਉਹਨੂੰ ਇਹ ਲੱਗਦਾ ਕਿ ਜੇ ਉਹ ਕੇਂਦਰ ਦੀ ਰਾਜਨੀਤੀ ਦੇ ਵਿੱਚ ਕੇਂਦਰ ਬਿੰਦੂ ਬਣਦੀ ਹੈ ਤੇ ਤਾਂ ਭਾਰਤੀ ਜਨਤਾ ਪਾਰਟੀ ਉਹਦੀ ਸਰਕਾਰ ਪੱਛਮੀ ਬੰਗਾਲ ਦੇ ਵਿੱਚ ਚੱਲਣ ਦੇਊਗੀ। ਹਾਲਾਂਕਿ ਪੱਛਮੀ ਬੰਗਾਲ ਦੇ ਵਿੱਚ ਉਹਦੀ ਸਰਕਾਰ ਨੂੰ ਕਿਸੇ ਕਿਸਮ ਦਾ ਖਤਰਾ ਨਹੀਂ, ਪਰ ਉਹਦੇ ਮਨ ਦੇ ਵਿੱਚ ਇੱਕ ਉੱਚ ਅਹੁਦੇ ਦਾ ਤੇ ਜਾਂ ਖਿੱਚ ਤਾਂ ਹੈਗੀ ਆ, ਉਹ ਪ੍ਰਧਾਨ ਮੰਤਰੀ ਦੀ ਕੁਰਸੀ ਹੈ। ਉਹਨੂੰ ਇਹ ਲੱਗਦਾ ਕਿ 24 ਦੀਆਂ ਚੋਣਾਂ ਤੋਂ ਪਹਿਲਾਂ ਜੇ ਉਹ ਵਿਰੋਧੀ ਧਿਰਾਂ ਨੂੰ ਇਕੱਠਿਆਂ ਕਰਕੇ ਪਰੋ ਲੈਂਦੀ ਆ ਇੱਕ ਸੂਤਰ ਦੇ ਵਿੱਚ, ਰਾਸ਼ਟਰਪਤੀ ਦੀ ਚੋਣ ਦੇ ਵਿੱਚ ਉਹ ਜਿੱਤਦੀ ਆ ਵਿਰੋਧੀ ਧਿਰ ਜਾਂ ਨਹੀਂ, ਇਹ ਬਾਅਦ ਵਾਲੀ ਗੱਲ ਹੈ, ਪਰ ਉਹ ਇੱਕ ਪਲੇਟਫਾਰਮ ਦੇ ਉੱਤੇ ਇਕੱਠੇ ਹੋ ਸਕਦੇ ਆ ਜਿਹਦੇ ਨਾਲ ਇਹ ਮੈਸੇਜ ਆ ਸਕਦਾ ਹੈ ਕਿ ਐਡੀ ਵੀ ਕੋਈ ਗੱਲ ਨਹੀਂ। ਕਿਉਂਕਿ ਯਸ਼ਵੰਤ ਸਿਨਹਾ ਉਸ ਵੇਲੇ ਸਰਕਾਰ ਦਾ ਪਾਰਟ ਰਹੇ ਆ ਜਦੋਂ ਸਰਕਾਰ ਦੇ ਵਾਸਤੇ ਕਿਹਾ ਜਾਂਦਾ ਹੁੰਦਾ ਸੀ ਅਟਲ ਬਿਹਾਰੀ ਵਾਜਪੇਈ ਹੋਰਾਂ ਦੇ ਵੇਲੇ ਕਿ ਜੁਗਾੜ ਦੇ ਨਾਲ ਸਰਕਾਰ ਜਿਹੜੀ ਉਹ ਚੱਲ ਰਹੀ ਹੈ, ਕਿਉਂਕਿ ਬਹੁਤ ਸਾਰੀਆਂ ਸਿਆਸੀ ਧਿਰਾਂ ਨੂੰ ਇਕੱਠਿਆਂ ਕਰਕੇ ਉਹ ਸਰਕਾਰ ਚੱਲੀ ਸੀ। ਯਸ਼ਵੰਤ ਸਿਨਹਾ ਹੋਰੀ ਸਾਬਕਾ ਅਫਸਰਸ਼ਾਹ ਰਹੇ ਨੇ, ਜੋੜ ਤੋੜ ਕਰਨੇ ਜਾਣਦੇ ਨੇ। ਵਿਰੋਧੀ ਧਿਰਾਂ ਦੇ ਵਿੱਚ ਜੇ ਤੁਸੀਂ ਓਵਰਆਲ ਦੇਖੋ ਤੇ ਕਿਤੇ ਵੀ ਤੁਸੀਂ ਯਸ਼ਵੰਤ ਸਿਨਹਾ ਹੋਰਾਂ ਦੀ ਵੱਡੀ ਵਿਰੋਧਤਾ ਨਹੀਂ ਦੇਖੋਗੇ। ਵਿਰੋਧੀ ਧਿਰਾਂ ਦੇ ਵਿੱਚ ਵੱਡੀ ਵਿਰੋਧਤਾ ਛੱਡੋ, ਵਿਰੋਧਤਾ ਨਹੀਂ ਦੇਖੋਗੇ। ਭਾਰਤੀ ਜਨਤਾ ਪਾਰਟੀ ਦੇ ਅੰਦਰ ਇੱਕ ਗਰੁੱਪ ਬੈਠਾ, ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ, ਜਿਹੜਾ ਕਿ ਬੋਲਦਾ ਨਹੀਂਗਾ, ਪਰ ਪਿੱਛੇ ਜੇ ਇੱਕ ਇੰਗਲਿਸ਼ ਅਖਬਾਰ ਦੇ ਵਿੱਚ ਇਹ ਖਬਰ ਲੱਗੀ ਸੀ ਕਿ ਇੱਕ ਜਿਹੜੇ ਵੱਡੇ ਨੇਤਾ ਨੇ, ਟਰਾਂਸਪੋਰਟ ਮੰਤਰੀ ਨੇ, ਉਹਨਾਂ ਨੇ ਇਹ ਗੱਲ ਆਖੀ ਸੀ, ਨਾ ਭੁੱਲੋ ਮੇਰੇ ਕੋਲੇ ਵੀ ਇੱਕ ਵੱਡੀ ਫੌਜ ਜਿਹੜੀ ਆ ਉਹ ਹੈਗੀ ਆ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਪਾਰਲੀਮੈਂਟਸ ਦੀ, ਸਾਨੂੰ ਉਹਨੂੰ ਨਹੀਂ ਭੁੱਲਣਾ ਚਾਹੀਦਾ। ਉਹਦੇ ਵਾਸਤੇ ਕਿਹਾ ਜਾਂਦਾ ਕਿ ਉਹ ਮੌਜੂਦਾ ਜਿਹੜੇ ਦੋ ਜਾਣੇ ਸਰਕਾਰ ਚਲਾਉਂਦੇ ਆ ਉਹਨਾਂ ਤੋਂ ਅੱਡਰੇ ਹੋ ਕੇ ਚੱਲਦੇ ਆ, ਚੱਲੀ ਜ਼ਰੂਰ ਜਾ ਰਹੇ ਆ ਉਹ, ਪਰ ਉਹ ਵੱਖਰੇ ਵੀ ਨੇ। ਕੀ ਇਹ ਜੇ ਯਸ਼ਵੰਤ ਸਿਨਹਾ ਹੋਰੀ ਆ ਜਾਂਦੇ ਆ ਤੇ ਇਹ ਮੂਵ ਜਿਹੜਾ ਉਹ ਕੇਂਦਰ ਦੀ ਸਰਕਾਰ ਦੇ ਵਾਸਤੇ ਵੀ ਕਿਸੇ ਕਿਸਮ ਦੀ ਕੁਝ ਗੜਬੜ ਪੈਦਾ ਕਰੂਗਾ, ਹਿਲਜੁਲ ਪੈਦਾ ਕਰੂਗਾ, ਇਹ ਬਹੁਤ ਅਹਿਮ ਹੈ। ਪਰ ਜੇ ਉਹਨਾਂ ਨੇ ਤ੍ਰਿਣਮੂਲ ਕਾਂਗਰਸ ਤੋਂ ਅਸਤੀਫਾ ਦੇਣ ਦੀ ਗੱਲ ਆਈ ਹੈ ਤਾਂ ਇਟ ਮੀਨਸ ਕਿ ਅਗਲਾ ਜਿਹੜਾ ਨਾਮ ਸਾਹਮਣੇ ਲੈ ਕੇ ਆਉਣਾ ਮਮਤਾ ਬੈਨਰਜੀ ਨੇ ਉਹ ਯਸ਼ਵੰਤ ਸਿਨਹਾ ਹੋਰਾਂ ਦਾ ਹੀ ਹੋਣਾ। ਮੇਰੀ ਜਾਚੇ ਯਸ਼ਵੰਤ ਸਿਨਹਾ ਹੋਰਾਂ ਦੇ ਉੱਤੇ ਗੁਣਾ ਵਿਰੋਧੀ ਧਿਰ ਦਾ ਪੈ ਸਕਦਾ, ਇਹ ਬਾਅਦ ਵਾਲੀ ਗੱਲ ਹੈ। ਇਹਦੀ ਕੈਲਕੂਲੇਸ਼ਨ ਆਪਾਂ ਬਾਅਦ ਦੇ ਵਿੱਚ ਕਿਸੇ ਦਿਨ ਕਰ ਲਾਂਗੇ ਕਿ ਇਹ ਜਿਹੜਾ ਗੁਣਾ ਹੈ ਇਹ ਕਿੰਨਾ ਕੁ ਵਰਕ ਕਰੂਗਾ। ਜੀ, ਹੁਣ ਅਸੀਂ ਪੰਜਾਬ ਦੇ ਵੱਲ ਰੁਖ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਪ੍ਰੋਗਰਾਮ 'ਚ ਇੱਕ ਵਾਰ ਦਰਸ਼ਕਾਂ ਦਾ ਫਿਰ ਤੋਂ ਸਵਾਗਤ ਕਰਦੇ ਹਾਂ। ਪਨੂੰ ਸਾਹਿਬ, ਸੰਗਰੂਰ ਇਲੈਕਸ਼ਨ ਦੀ ਹੁਣ ਗੱਲ ਕਰਦੇ ਹਾਂ। ਕਹਿੰਦੇ ਨੇ ਵੀ ਅੱਜ ਪ੍ਰਚਾਰ ਮੁੱਕ ਜਾਣਾ, ਪ੍ਰਚਾਰ ਕਾਹਦਾ, ਡਰਾਮੇ ਸੀ। ਕੋਈ ਕਹਿੰਦਾ ਵੀ ਫਲਾਣੇ ਬੰਦੇ ਨੂੰ ਫਲਾਣਾ ਬੰਦਾ ਫਲਾਣੀ ਜਗ੍ਹਾ ਤੋਂ ਸ਼ਰਾਬ ਭੇਜਦਾ, ਕੋਈ ਕਹਿੰਦਾ ਵੀ ਤੂੰ ਆਪਣੇ ਪਾਪੇ ਨੂੰ ਛੱਡ ਕੇ ਹੁਣ ਮੇਰੇ ਮਗਰ ਪੈ ਗਿਆ, ਆਪਣੇ ਪਿਓ ਦੀ ਫਿਕਰ ਕਰ ਲੈ,
ਕੋਈ ਕੁਛ ਕਹਿੰਦਾ, ਕੋਈ ਕਹਿੰਦਾ ਗੱਡੀ ਤੇ ਐਦਾਂ ਬੰਦਾ ਖੜਾ ਹੋਣਾ ਚਾਹੀਦਾ ਸੀ, ਜਿਹੜਾ ਐਦਾਂ ਲਮਕਿਆ ਉਹ ਗਲਤ ਸੀ। ਪਤਾ ਨਹੀਂ ਵੀ ਇਹਨਾਂ ਨੇ ਕੀ ਕਿਹਾ। ਕੋਈ ਕਹਿੰਦਾ ਜਦੋਂ ਮੇਰੇ ਭਾਪੇ ਦਾ ਰਾਜ ਸੀ ਨਾ, ਉਦੋਂ ਤੁਸੀਂ ਕੁੰਡੀਆਂ ਲਾਉਂਦੇ ਹੁੰਦੇ ਸੀ ਨਾ, ਉੱਚੀ ਸਾਰੀ ਹੱਥ ਖੜਾ ਕਰੋ। ਫਿਰ ਲੋਕਾਂ ਨੇ ਕੀਤਾ ਵੀ। ਪ੍ਰਚਾਰਕਾਂ ਦਾ ਸੀ ਡਰਾਮੇ ਸੀਗੇ। ਅਸਲ ਮੁੱਦੇ ਤੋਂ ਭਟਕ ਕੇ ਇਹਨਾਂ ਨੇ ਬਿਲੋ ਦਾ ਬੈਲਟ ਇੱਕ ਦੂਜੇ ਤੇ ਵਾਰ ਕੀਤੇ ਨੇ, ਪਰਸਨਲ ਹਮਲੇ ਕੀਤੇ ਨੇ। ਉਹਦਾ ਜਿਹੜਾ ਦੌਰ ਹੈ ਅੱਜ ਖਤਮ ਹੋ ਜਾਣਾ। 26 ਤਰੀਕ ਨੂੰ ਸਾਨੂੰ ਪਤਾ ਲੱਗ ਜਾਣਾ ਕਿਹਦਾ ਅਸਰ ਕਿਤੇ ਜ਼ਿਆਦਾ ਹੋਇਆ। ਜੇ ਮੋਟੀ ਗੱਲ ਕਰੀਏ ਤੇ ਸੰਗਰੂਰ ਦੇ ਸਮੀਕਰਨ ਕੀ ਕਹਿੰਦੇ ਨੇ? ਗੱਲ ਠੀਕ ਹੈ ਜੀ ਤੁਹਾਡੀ। ਇਹ ਮੁੱਦੇ ਨੇ ਸੰਗਰੂਰ ਲੋਕ ਸਭਾ ਹਲਕੇ ਦੇ ਕੇ ਕਾਰ ਦੇ ਉੱਤੇ ਕਿਹਨੂੰ ਖੜਨਾ ਚਾਹੀਦਾ ਸੀਗਾ, ਕਿੱਥੇ। ਔਰ ਨਾਲ ਦੀ ਨਾਲ ਇਹ ਵੀ ਕਹਿ ਰਹੇ ਕਿ ਉਦੋਂ ਤਾਂ ਕੁੰਡੀਆਂ ਲਾ ਲੈਂਦੇ ਸੀ, ਹੁਣ ਨਾ ਲਾਇਓ। ਕਹਿੰਦੇ ਗਿਰਜਾ ਵਾਂਗੂ ਫਿਰਦੇ ਆ ਜਿਹੜੇ ਅਫਸਰ। ਇਹਦਾ ਮਤਲਬ ਮੰਨ ਰਹੇ ਆ ਕਿ ਗਿਰਜਾ ਵਾਂਗੂ ਅਫਸਰ ਫਿਰਦੇ ਆ। ਇਹ ਸੰਗਰੂਰ ਦੇ ਮੁੱਦੇ ਨੇ। ਅੱਗੋਂ ਬਰਸਾਤਾਂ ਆ ਰਹੀਆਂ ਨੇ, ਔਰ ਬਰਸਾਤਾਂ ਦੇ ਵਿੱਚ ਘੱਗਰ ਕੀ ਕਰਦਾ, ਇਹ ਜਿਹੜੇ ਘੱਗਰ ਦੀ ਮਾਰ ਦੇ ਹੇਠ ਆਉਂਦੇ ਆ ਨਾ, ਉਹ ਜਾਣਦੇ ਆ। ਜਿਹੜਾ ਉਹ ਖਨੌਰੀ ਵਾਲਾ ਸਾਰਾ ਏਰੀਆ ਹੈ, ਉਸ ਜਗ੍ਹਾ ਦੇ ਉੱਤੇ ਮੈਂ ਤਕਰੀਬਨ ਕਈ ਸਾਲਾਂ ਤੋਂ ਜਾ ਕੇ ਉਹ ਦੇਖਿਆ, ਬਹੁਤ ਵੱਡੀ ਮਾਰ ਕਰਦਾ। ਕਿਸੇ ਨੇ ਕੋਈ ਘੱਗਰ ਦੇ ਵਾਸਤੇ ਸੁਣਿਆ ਹੋਵੇ ਤੇ ਦੱਸਣਾ। ਔਰ ਇਹ ਨਰਮਾ ਬੈਲਟ ਇੱਥੋਂ ਸਟਾਰਟ ਹੋ ਜਾਂਦੀ ਹੈ, ਚਲੋ ਪੂਰੀ ਨਹੀਂ, ਸਟਾਰਟ ਤਾਂ ਹੋ ਜਾਂਦੀ ਹੈ ਇੱਥੋਂ। ਕੋਈ ਉਹਦੇ ਜਿਹੜੇ ਪੈਸਟੀਸਾਈਡ ਦੇ ਨਾਲ ਫੈਲ ਰਹੇ ਕੈਂਸਰ ਦੇ ਬਾਰੇ ਦੇ ਵਿੱਚ ਕਿਸੇ ਨੇ ਗੱਲ ਕੀਤੀ ਹੋਵੇ ਤੇ ਦੱਸਣਾ। ਧਰਤੀ ਹੇਠਲਾ ਪਾਣੀ ਗੰਦਲਾ ਹੋ ਗਿਆ, ਗੰਦਾ ਹੋ ਗਿਆ, ਮੁੱਕ ਰਿਹਾ ਬੜੀ ਤੇਜ਼ੀ ਦੇ ਨਾਲ, ਕੋਈ ਕਿਸੇ ਨੇ ਗੱਲ ਕੀਤੀ ਹੋਵੇ ਦੱਸਣਾ। ਮੁੱਦੇ ਤੁਹਾਡੀ ਗੱਲ ਠੀਕ ਹੈ। ਇਹ ਆ ਕਿ ਕਾਰ ਦੇ ਉੱਪਰ ਸਨਰੂਫ 'ਚ ਕਿਹਨੂੰ ਹੋਣਾ ਚਾਹੀਦਾ ਸੀ ਤੇ ਸਾਈਡ ਵਾਲੀ ਬਾਰੀ ਤੋਂ ਕਿਹਨੂੰ ਨਿਕਲਣਾ ਚਾਹੀਦਾ ਸੀ। ਇਹ ਮੁੱਦੇ ਵਿਰੋਧੀ ਧਿਰਾਂ ਉਭਾਰ ਰਹੀਆਂ ਨੇ। ਵਿਰੋਧੀ ਧਿਰਾਂ ਅਸਲ ਦੇ ਵਿੱਚ ਪੈਰਾਂ ਭਾਰ ਹੋ ਨਹੀਂ ਪਾਈਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ। ਏਡੀ ਤਕੜੀ ਹਾਰ ਜਿਹੜੀ ਮਿਲੀ ਆ ਉਹਨਾਂ ਨੂੰ ਕਿ ਇਹ ਪਹਿਲੀ ਵਾਰੀ ਮੇਰਾ ਖਿਆਲ ਹੋਇਆ ਹੋਊਗਾ ਕਿ ਕੈਂਡੀਡੇਟ ਦਾ ਕਾਲ ਪੈ ਗਿਆ ਵੀ ਜੇ ਅਕਾਲੀ ਦਲ ਬਾਦਲ ਨੇ ਕਮਲਜੀਤ ਰਾਜੋਆਣਾ ਨੂੰ ਟਿਕਟ ਦੇਤੀ, ਉਹ ਬਲਵੰਤ ਸਿੰਘ ਰਾਜੋਆਣਾ ਦੀ ਮੂੰਹ ਬੋਲੀ ਭੈਣ ਆ, ਤੇ ਤੁਸੀਂ ਇੱਕ ਸਿੰਗਲ ਜਗ੍ਹਾ ਵੀ ਇਹ ਨਹੀਂ ਸੁਣਿਆ ਹੋਊਗਾ ਕਿ ਜੀ ਮੇਰੀ ਟਿਕਟ ਬਣਦੀ ਸੀ, ਮੈਨੂੰ ਇਗਨੋਰ ਕੀਤਾ ਗਿਆ ਅਕਾਲੀ ਦਲ ਬਾਦਲ 'ਚ। ਕਿਸੇ ਨੇ ਨਹੀਂ ਕਿਹਾ, ਹਰੇਕ ਨੇ ਕਿਹਾ ਸ਼ੁਕਰ ਹੈ ਇੱਧਰ ਚਲੇਗੀ। ਨਾ ਉੱਥੇ ਅਕਾਲੀ ਲੀਡਰਸ਼ਿਪ ਜਿਹੜੀ ਆ ਵੱਡੀ, ਸੁਖਬੀਰ ਸਿੰਘ ਬਾਦਲ ਤੋਂ ਬਾਅਦ ਉਂਝ ਤਾਂ ਵੱਡੀ ਕਾਹਦੀ ਰਹਿ ਗਈ ਆ, ਵੱਡੀ ਹੋ ਗਈ ਹੁਣ ਤਾਂ। ਤੇ ਉਹ ਜਿਹੜਾ ਉਹ ਲੱਭੀ ਨਹੀਂ ਕਿਤੇ ਵੀ ਚੋਣ ਪ੍ਰਚਾਰ ਦੇ ਵਿੱਚ। ਉਹ ਇਹੀ ਕਹਿੰਦੇ ਵੀ ਠੀਕ ਹੈ ਇੱਧਰ ਚਲੇਗੀ। ਔਰ ਪੋਸਟਰ ਨਿਕਾਲਾ ਵੀ ਹੋ ਗਿਆ, ਚਿੱਤਰ ਨਿਕਾਲਾ ਹੋ ਗਿਆ ਪੋਸਟਰ ਤੋਂ, ਉਹ ਕਿਤੇ ਨਹੀਂ ਲੱਭੇ। ਕਾਂਗਰਸ ਦੀ ਗੱਲ ਕਰ ਲਓ, ਕਾਂਗਰਸ ਦੇ ਦਲਵੀਰ ਗੋਲਡੀ ਨੂੰ ਉੱਥੋਂ ਟਿਕਟ ਦਿੱਤੀ, ਉੱਥੋਂ ਕਿਤੋਂ ਤੁਸੀਂ ਇਹ ਨਹੀਂ ਸੁਣਿਆ ਹੋਊਗਾ ਵੀ ਟਿਕਟ ਮੇਰੀ ਬਣਦੀ ਸੀ। ਉਹ ਕਹਿੰਦੇ ਠੀਕ ਹੈ ਇੱਧਰ ਦੇ ਦਿੱਤੀ, ਠੀਕ ਹੈ। ਉੱਥੇ ਰਾਜਾ ਵੜਿੰਗ ਜ਼ਰੂਰ ਨਜ਼ਰ ਆਏ, ਬਾਕੀ ਕਾਂਗਰਸ ਦੀ ਲੀਡਰਸ਼ਿਪ ਤੁਹਾਨੂੰ ਨਜ਼ਰ ਨਹੀਂ ਆਈ, ਕਿਉਂਕਿ ਮਲਾਈ ਲਾ ਲਈ ਉਹਨਾਂ ਨੇ। ਮਲਾਈ ਲਾ ਕੇ ਜਾਂ ਤਾਂ ਤੁਰ ਗਏ ਭਾਜਪਾਲ ਦੇ ਵੱਲ ਤੇ ਜਾਂ ਫਿਰ ਭੱਜਦੇ ਫਿਰਦੇ ਆ ਹਾਈ ਕੋਰਟ ਦੀਆਂ ਜ਼ਮਾਨਤਾਂ ਦੇ ਵੱਲ। ਤੁਸੀਂ ਆਸ਼ੂ ਹੋ ਗਿਆ ਜਾਂ ਸੰਗਤ ਗਿੱਲ ਜੀਆਂ ਹੋ ਗਿਆ, ਇਹ ਜਿਹੜੇ ਜਦੋਂ ਰਾਹੁਲ ਗਾਂਧੀ ਨੇ ਆਉਣਾ ਸੀਗਾ ਸਿੱਧੂ ਮੂਸੇਵਾਲੇ ਦਾ ਅਫਸੋਸ ਪ੍ਰਗਟ ਕਰਨ, ਉਦੋਂ ਤਾਂ ਭੱਜੇ ਫਿਰਦੇ ਸੀ ਏਅਰਪੋਰਟ ਦੇ ਉੱਤੇ। ਕਿਤੇ ਚੋਣਾਂ 'ਚ ਦੇਖੇ ਹੁਣ ਤੇ ਦੱਸਣਾ ਕੋਈ ਨਹੀਂ ਜਿਹੜਾ ਜੀ ਉਹ ਦੱਸਿਆ, ਕਿਸੇ ਜਗ੍ਹਾ ਦੇ ਉੱਤੇ ਕੋਈ ਨਹੀਂ ਦੱਸਿਆ, ਕਿਉਂਕਿ ਮਲਾਈਆਂ ਬਲੂਈਆਂ ਲਾ ਕੇ ਆਰਾਮ ਕਰ ਰਹੇ ਆ। ਕੋਈ ਜੇਲ੍ਹ 'ਚ ਆਰਾਮ ਕਰ ਰਹੇ ਆ, ਕੁਝ ਹਾਈ ਕੋਰਟ ਦੇ ਟੱਕਰਾਂ ਮਾਰਦੇ ਫਿਰਦੇ ਆ ਵੀ ਮਿਲ ਜਵੇ। ਕੇਵਲ ਢਿੱਲੋਂ ਹੋਰੀ ਪਹਿਲਾਂ ਕਾਂਗਰਸੀ ਹੁੰਦੇ ਸੀ, ਭਾਰਤੀ ਜਨਤਾ ਪਾਰਟੀ ਚਲੇ ਗਏ। ਭਾਰਤੀ ਜਨਤਾ ਪਾਰਟੀ ਵਾਲੇ ਪੰਜਾਬ ਭਾਰਤੀ ਜਨਤਾ ਪਾਰਟੀ ਵਾਲੇ ਤਾਂ ਦਿਸੇ ਨਹੀਂ। ਉਹ ਕਹਿੰਦੇ ਗਾਲਾਂ ਅਸੀਂ ਖਾਂਦੇ ਰਹੇ, ਭਜਾਈ ਸਾਨੂੰ ਫਿਰਦੇ ਰਹੇ ਕਿਸਾਨ, ਤੇ ਜਦੋਂ ਲਿਆ ਕੇ ਦੇਣੀ ਸੀਗੀ ਟਿਕਟ ਤੇ ਉਦੋਂ ਕੇਵਲ ਢਿੱਲੋਂ ਹੋਰਾਂ ਨੂੰ ਟਿਕਟ ਦੇਤੀ, ਜਿਹੜੇ 2 ਦਿਨ ਪਹਿਲਾਂ ਆਏ ਸੀਗੇ। ਆਮ ਆਦਮੀ ਪਾਰਟੀ ਨੇ, ਇਹ ਤਾਂ ਉਹਨੂੰ ਕ੍ਰੈਡਿਟ ਜਾਂਦਾ ਕਿ ਉਹਨੇ ਆਮ ਬੰਦੇ ਨੂੰ ਟਿਕਟ ਦਿੱਤੀ। ਗੁਰਮੇਲ ਸਿੰਘ ਘਰਾਚੋਂ, ਉਹ ਸਰਪੰਚ ਹੈ ਘਰਾਚੋਂ ਪਿੰਡ ਦਾ, ਪੜ੍ਹਿਆ ਲਿਖਿਆ, ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਹੈ। ਪਰ ਜੇ ਤੁਸੀਂ ਇੱਕ ਚੀਜ਼ ਦੇਖੀ ਹੋਵੇ ਤਾਂ ਮਿਹਨਤ ਬਹੁਤ ਕਰਨੀ ਪਈ ਹੈ। ਇਹ ਨਹੀਂ ਆ ਕਿ ਬੈਠੇ ਬਿਠਾਏ ਟਿਕਟ ਜਿਹੜੀ ਮਿਲ ਗਈ ਤੇ ਆਮ ਆਦਮੀ ਪਾਰਟੀ ਨੇ ਦਫ਼ਤਰਾਂ ਦੇ ਵਿੱਚੋਂ ਬਹਿ ਕੇ ਚੋਣ ਜਿੱਤ ਲਈ। ਕਿਉਂਕਿ ਜੇ ਤੁਸੀਂ ਪਿੱਛੇ ਜਾਓ ਤਾਂ ਜਦੋਂ ਬਾਈ ਇਲੈਕਸ਼ਨ ਹੁੰਦੀ ਆ, ਜਿਹਦੀ ਸਰਕਾਰ ਹੁੰਦੀ ਆ, ਉਹ ਤਾਂ ਛਿੱਤਰ ਨਾਲ ਸਹਿ ਕੁੱਟ ਲੈਂਦੇ ਆ ਨਾ, ਚੁੱਪ ਕਰਕੇ ਬੈਠੇ ਅਫਸਰਸ਼ਾਹੀ ਠੋਕ ਦਿਓ, ਪਾਓ ਪਰਚੇ, ਸਾਰੀਆਂ ਵਿਰੋਧੀ ਧਿਰਾਂ ਅੰਦਰ ਤੇ ਚੁੱਪ ਕਰਕੇ ਜਿੱਤ ਲਓ। ਇਦਾਂ ਦਾ ਤਾਂ ਕੁਝ ਨਹੀਂ ਹੋਇਆ। ਇਹ ਚੰਗੀ ਇੱਕ ਪਿਰਤ ਹੈ। ਨਾ ਸ਼ਰਾਬ ਵਗੈਰਾ ਜਿਹੜੀ ਓਪਨਲੀ ਖੁੱਲੇ ਆਮ ਟਰੱਕਾਂ ਦੇ ਟਰੱਕ ਸ਼ਰਾਬ ਦੇ ਫੜੇ ਜਾਂਦੇ ਆ, ਟਰੱਕਾਂ ਦੇ ਟਰੱਕ ਸ਼ਰਾਬ ਦੇ ਆਉਂਦੇ ਆ, ਨਾ ਇਦਾਂ ਦਾ ਕੁਝ ਜਿਹੜਾ ਆ। ਇਹ ਇੱਕ ਸੰਗਰੂਰ ਲੋਕ ਸਭਾ ਹਲਕੇ ਦੀਆਂ ਜਿੰਨੀਆਂ ਵੀ ਪਾਰਟੀਆਂ ਨੇ ਉਹਨਾਂ ਨੂੰ ਇਸ ਗੱਲ ਦਾ ਕ੍ਰੈਡਿਟ ਜਾਂਦਾ
ਕਿ ਜੇ ਇੱਕ ਨੇ ਨਹੀਂ ਵਰਤਾਈ ਤੇ ਚਲੋ ਬਾਕੀਆਂ ਨੇ ਵੀ ਨਹੀਂ ਵਰਤਾਈ, ਇੰਨਾ ਕੁ ਚੰਗਾ ਰਿਹਾ। ਨਹੀਂ ਤਾਂ ਨਸ਼ਿਆਂ ਦੇ ਢੇਰ ਲੱਗ ਜਾਂਦੇ ਆ। ਪੈਸਿਆਂ ਪੂਸਿਆਂ ਵਾਲੀ ਕਹਾਣੀ ਅਜੇ ਆਉਣੀ ਹੈ। ਮੈਨੂੰ ਨਹੀਂ ਲੱਗਦਾ ਵਿਰੋਧੀ ਧਿਰਾਂ ਦੇ ਵਿੱਚੋਂ ਕੋਈ ਪਾਰਟੀ ਪੈਸਾ ਖਰਾਬ ਕਰੂਗੀ, ਕਿਉਂਕਿ ਤਜਰਬਾ 22 ਵਾਲਾ ਬੜਾ ਅਜੀਬ ਹੈ। ਲੋਕਾਂ ਪੈਸੇ ਚੱਕ ਲਏ, 15-15 ਹਜ਼ਾਰ ਦੀ ਵੋਟ ਵੀ ਵੇਖੀ, ਪਾਈ ਨਹੀਂ, ਪਾਈ ਕਿਤੇ ਹੋਰ ਜਾ ਕੇ। ਉਹ ਤਜਰਬਾ ਤਾਂ ਹੋ ਗਿਆ ਫੇਲ। ਉਹ ਫੇਲ ਹੋਇਆ ਪੰਜਾਬ ਲਈ ਐਡਾ ਵਧੀਆ ਕਿ ਸ਼ਾਇਦ ਅੱਗੋਂ ਇਹ ਲਾਹਨਤ ਜਿਹੜੀ ਹੈ ਜੀ ਉਹ ਮੁੱਕ ਜੇ, ਜਿਹੜੀ ਪੈਸੇ ਦੇ ਕੇ ਵੋਟਾਂ ਖਰੀਦਣ ਵਾਲੀ। ਉਧਰ ਨੂੰ ਮੇਰਾ ਖਿਆਲ ਕਹਾਣੀ ਨਹੀਂ ਚੱਲਣ ਲੱਗੀ। ਇੱਥੇ ਜਿਹੜੀ ਬਹੁਤੀ ਕਹਾਣੀ ਹੈ ਨਾ ਜੀ, ਉਹ ਇਸ ਗੱਲ ਦੇ ਵਾਸਤੇ ਸਿਮਰਨਜੀਤ ਸਿੰਘ ਮਾਨ ਹੋਰੀ ਅਕਾਲੀ ਦਲ ਅੰਮ੍ਰਿਤਸਰ ਦੇ ਨੇ। ਅਕਾਲੀ ਦਲ ਬਾਦਲ ਤੇ ਅਕਾਲੀ ਦਲ ਅੰਮ੍ਰਿਤਸਰ ਦੇ ਵਿਚਾਲੇ ਜਿਹੜੀ ਉਹ ਦੌੜ ਇਸ ਗੱਲ ਨੂੰ ਆ ਲੈ ਕੇ ਕਿ ਕੌਣ ਵੱਧ ਵੋਟਾਂ ਲੈ ਜਾਂਦਾ। ਆਈ ਥਿੰਕ ਜੇ ਸਿਮਰਨਜੀਤ ਸਿੰਘ ਮਾਨ ਵੱਧ ਵੋਟਾਂ ਲੈ ਜਾਂਦੇ ਅਕਾਲੀ ਦਲ ਬਾਦਲ ਦੇ ਨਾਲੋਂ, ਚੈਲੰਜ ਤਾਂ ਅਕਾਲੀ ਦਲ ਬਾਦਲ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੋਈ ਹੈ, ਉਹ ਹੋਰ ਵੱਡੇ ਪੱਧਰ ਦੇ ਉੱਤੇ ਚੈਲੰਜ ਜਿਹੜਾ ਉਹ ਹੋ ਜੂਗੀ। ਕਿਉਂਕਿ ਅਕਾਲੀ ਦਲ ਜੇ 3 ਮਹੀਨਿਆਂ ਦੀ ਆਪਾਂ ਗੱਲ ਕਰੀਏ ਤਾਂ ਕਿਤੇ ਕਿਸੇ ਜਗ੍ਹਾ ਦੇ ਉੱਤੇ ਤੁਸੀਂ ਭੋਰਾ ਵੀ ਨਹੀਂ ਕਹਿ ਸਕਦੇ ਕਿ ਇੱਥੋਂ ਕੋਈ ਗੱਲ ਬਣਦੀ ਦੀਂਦੀ ਆ, ਕੋਈ ਆਕਸੀਜਨ ਮਾੜੀ ਮੋਟੀ ਦਿਸ ਰਹੀ ਹੈ, ਨਹੀਂ ਦਿਸ ਰਹੀ। ਅਕਾਲੀ ਦਲ ਬਾਦਲ ਨੇ ਕੋਰ ਕਮੇਟੀ ਦੀਆਂ ਮੀਟਿੰਗਾਂ ਤਾਂ ਕੀਤੀਆਂ, ਉਹਨਾਂ ਮੀਟਿੰਗਾਂ ਦੇ ਵਿੱਚ ਕੀ ਹੁੰਦਾ ਸਭ ਨੂੰ ਪਤਾ। ਲੀਡਰਸ਼ਿਪ ਅਕਾਲੀ ਦਲ ਬਾਦਲ ਦੀ ਉੱਥੇ ਵੀ ਨਹੀਂ ਦਿਸੀ, ਔਰ ਉਹਨਾਂ ਦੀ ਦੌੜ ਜਿਹੜੀ ਆ ਉਹ ਇਸ ਗੱਲ ਨੂੰ ਲੈ ਕੇ ਲੱਗੀ ਹੋਈ ਆ ਕਿ ਸੁਖਬੀਰ ਸਿੰਘ ਬਾਦਲ ਨੂੰ ਚੈਲੰਜ ਕਦੋਂ ਹੁੰਦਾ, ਕਿਉਂਕਿ ਅਕਾਲੀ ਦਲ ਬਾਦਲ ਰਿਵਾਈਜ਼ ਹੋ ਸਕੂਗਾ, ਇਸ ਰੂਪ 'ਚ ਰਿਵਾਈਜ਼ ਹੋ ਸਕੂਗਾ, ਬਿਲਕੁਲ ਕਿਸੇ ਜਗ੍ਹਾ ਦੇ ਉੱਤੇ ਨਜ਼ਰ ਨਹੀਂ ਆਉਂਦਾ। ਫਿਰ ਨਵਾਂ ਕੌਣ ਲੀਡਰ ਹੋਵੇ, ਇਹ ਸਵਾਲ ਜਿਹੜਾ ਇਸ ਚੋਣ ਤੋਂ ਬਾਅਦ ਵੱਡੇ ਪੱਧਰ ਦੇ ਉੱਤੇ ਉੱਭਰੂਗਾ। ਅੱਜ ਚੋਣ ਪ੍ਰਚਾਰ ਜਿਹੜਾ ਬੰਦ ਹੋ ਜਾਣਾ, ਅੱਜ ਚੋਣ ਪ੍ਰਚਾਰ ਬੰਦ ਹੋ ਜਾਣ ਤੋਂ ਬਾਅਦ ਧਾਰਾ 144 ਲਾਗੂ ਹੋ ਜਾਣੀ ਆ ਸੰਗਰੂਰ ਲੋਕ ਸਭਾ ਹਲਕੇ ਦੇ ਵਿੱਚ। 6 ਵਜੇ ਤੋਂ ਪਹਿਲਾਂ ਸ਼ਾਮ ਦੇ 6 ਵਜੇ ਤੋਂ ਪਹਿਲਾਂ ਬਾਹਰਲੇ ਨੇਤਾਵਾਂ ਨੂੰ ਹਲਕਾ ਛੱਡਣ ਦੇ ਆਦੇਸ਼ ਜਿਹੜੇ ਆ ਉਹ ਹੋ ਜਾਣੇ ਆ। ਇਹ ਕਹਿ ਦਿੱਤਾ ਜਾਂਦਾ, ਉਂਝ ਵੈਸੇ ਸਭ ਨੂੰ ਪਤਾ ਹੈ ਕਿ ਟਿਕਟ ਟੁਕੇ ਤਾਂ ਰਹਿੰਦੇ ਆ। 23 ਜੂਨ ਨੂੰ ਵੋਟਾਂ ਪੈਣਗੀਆਂ ਸੰਗਰੂਰ ਦੇ ਵਿੱਚ। ਇੱਕ ਤਾਂ ਜਿਹੜੇ ਭਗਵੰਤ ਮਾਨ ਨੇ, ਜਿਹੜੇ ਪਹਿਲਾਂ ਇੱਥੋਂ ਮੌਜੂਦਾ ਮੈਂਬਰ ਪਾਰਲੀਮੈਂਟ ਸਨ, ਉਹਨਾਂ ਨੇ ਸੀਟ ਇਹ ਖਾਲੀ ਕੀਤੀ ਆ। 2 ਵਾਰੀ ਉਹਨਾਂ ਨੇ ਸੀਟ ਜਿੱਤੀ ਔਰ ਉਹਨਾਂ ਦੀ ਸੰਗਰੂਰ ਲੋਕ ਸਭਾ ਹਲਕੇ ਦੇ ਉੱਤੇ ਪਕੜ ਮਜ਼ਬੂਤ ਸੀ। ਇਹ ਵਿਰੋਧੀ ਧਿਰਾਂ ਵੀ ਮੰਨਦੀਆਂ ਨੇ। 19 ਦੇ ਵਿੱਚ ਟਿੱਲ ਲਾ ਲਿਆ ਸਾਰੀਆਂ ਵਿਰੋਧੀ ਧਿਰਾਂ ਨੇ ਭਗਵੰਤ ਮਾਨ ਹੋਰਾਂ ਨੂੰ ਹਰਾਉਣ ਲਈ, ਪਰ ਉਹ ਇੱਕ ਚੰਗੇ ਤਕੜੇ ਮਾਰਜਨ ਦੇ ਨਾਲ ਸੀਟ ਇੱਕ ਵਾਰੀ ਫੇਰ ਕੱਢ ਗਏ। ਇੱਕ ਤਾਂ ਇਹ ਗੱਲ ਜਿਹੜੀ ਰਹੂਗੀ, ਕਿਉਂਕਿ ਸੰਗਰੂਰ ਲੋਕ ਸਭਾ ਹਲਕਾ ਗੂੰਜਦਾ ਰਿਹਾ 2 ਟਰਮਾਂ ਦੇ ਵਿੱਚ ਪਾਰਲੀਮੈਂਟ ਦੇ ਵਿੱਚ। ਭਗਵੰਤ ਮਾਨ ਹੋਰਾਂ ਦੇ ਕੋਲੇ ਭਾਸ਼ਣ ਦੀ ਕਲਾ ਹੈ, ਉਹਨਾਂ ਨੂੰ ਸਮਝ ਹੈ ਪੰਜਾਬ ਦੇ ਮੁੱਦਿਆਂ ਦੀ। ਪੰਜਾਬ ਦੇ ਮੁੱਦੇ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਉਭਾਰਦੇ ਰਹੇ ਨੇ। ਸਭ ਤੋਂ ਵੱਧ ਹਾਜ਼ਰੀ ਵਾਲੇ, ਸਭ ਤੋਂ ਵੱਧ ਬੋਲਣ ਵਾਲੇ ਮੈਂਬਰ ਪਾਰਲੀਮੈਂਟ ਦੇ ਵਿੱਚੋਂ ਆਉਂਦੇ ਨੇ। ਨਵੇਂ ਬਣਨ ਵਾਲੇ ਮੈਂਬਰ ਪਾਰਲੀਮੈਂਟ ਦੇ ਵਾਸਤੇ ਇੱਕ ਚੈਲੰਜ ਰਹੂਗਾ ਕਿ ਜਿਹੜੀ ਇੱਕ ਲਾਈਨ ਭਗਵੰਤ ਮਾਨ ਹੋਰਾਂ ਨੇ ਖਿੱਚੀ ਐਜ਼ ਏ ਮੈਂਬਰ ਪਾਰਲੀਮੈਂਟ ਹੁੰਦੇ ਆ, ਉਹਦੇ ਤੋਂ ਵੱਡੀ ਲਾਈਨ ਖਿੱਚੀ ਜਾ ਸਕਦੀ ਹੈ। ਕਿਉਂਕਿ ਇਹਦਾ ਕ੍ਰੈਡਿਟ ਵੀ ਭਗਵੰਤ ਮਾਨ ਹੋਰਾਂ ਨੂੰ ਜਾਂਦਾ ਕਿ ਉਹਨਾਂ ਨੇ ਦੱਸਿਆ ਕਿ ਐਮਪੀ ਲੈਂਡ ਕਿੰਨਾ ਹੁੰਦਾ, ਇਹ ਕਿੰਨਾ ਪੈਸਾ ਆਉਂਦਾ, ਕਿੱਥੇ ਕਿੱਥੇ ਦਿੱਤਾ ਜਾ ਸਕਦਾ, ਕਿਵੇਂ ਦਿੱਤਾ ਜਾ ਸਕਦਾ, ਔਰ ਇਹਦੇ ਵਿੱਚ ਪਾਰਸ਼ੈਲਿਟੀ ਕੀ ਹੈ, ਮਤਲਬ ਕਿ ਕਿਵੇਂ ਜਿਹੜਾ ਉਹ ਦਿਖਾ ਸਕਦੇ ਆ। ਤੇ ਉਹਨਾਂ ਨੇ ਕੀਤੀ ਨਹੀਂ, ਕਿਸੇ ਜਗ੍ਹਾ ਦੇ ਉੱਤੇ ਕੋਈ ਪਾਰਸ਼ੈਲਿਟੀ ਨਹੀਂ ਕੀਤੀ। ਕਿਹੜੀਆਂ ਚੱਲ ਚੀਜ਼ਾਂ ਨੇ ਜਿਹਨੂੰ ਦਿੱਤਾ ਜਾ ਸਕਦਾ, ਅਚਲ ਨੂੰ ਕਿਉਂਕਿ ਇਹ ਦਿੱਤਾ ਜਾਂਦਾ ਔਰ ਉਹ ਦਿਸਦਾ ਵੀ ਹੈ। ਐਮਪੀ ਲੈਂਡ ਫੰਡ ਜਿਹੜਾ ਜੇ ਤੁਸੀਂ ਕਿਸੇ ਨੂੰ ਪੁੱਛੋ ਤੇ ਉਹਦੇ ਵਿੱਚ ਤੁਹਾਨੂੰ ਦਿਸਦਾ ਪਿੰਡਾਂ ਥਾਵਾਂ ਦੇ ਉੱਤੇ। ਇੱਕ ਪਲੱਸ ਪੁਆਇੰਟ ਜਿਹੜਾ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਹੋਰ ਇਹ ਜਾਂਦਾ ਕਿ ਜਿੰਨੀਆਂ ਵਿਧਾਨ ਸਭਾ ਦੀਆਂ ਇਹਦੇ ਵਿੱਚ ਆਉਂਦੀਆਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਦੇ ਉੱਤੇ ਉਹ ਬੈਠੇ ਨੇ। ਇਹ ਕਿਹਾ ਜਾ ਰਿਹਾ ਕਿ ਯੂਥ ਜਿਹੜਾ ਉਹਦੇ ਵਿੱਚ ਕਰੇਜ਼ ਹੈ ਸਿਮਰਨਜੀਤ ਸਿੰਘ ਮਾਨ ਹੋਰਾਂ ਦਾ, ਪਰ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਜਿਹੋ ਜਿਹੇ ਉਹਨਾਂ ਦੀ ਕਾਰਗੁਜ਼ਾਰੀ ਰਹੀ ਹੈ, ਜਿਹੋ ਜਿਹੀਆਂ ਉਹ ਗੱਲਾਂ ਕਰਦੇ ਨੇ, ਉਹ ਭਗਤ ਸਿੰਘ ਨੂੰ ਵੀ ਅੱਤਵਾਦੀ ਦੱਸੀ ਜਾਂਦੇ ਨੇ, ਉਹ ਅਰੂੜ ਸਿੰਘ ਨੂੰ ਵੀ ਸਹੀ ਠਹਿਰਾਏ ਜਾਂਦੇ ਨੇ ਵੀ ਉਹਨੇ ਜਿਹੜਾ ਸਰੋਪਾ ਦਿੱਤਾ ਸੀਗਾ ਜਨਰਲ ਡਾਇਰ ਨੂੰ ਉਹ ਸਹੀ ਸੀਗਾ। ਉਹਨਾਂ ਦੇ ਆਪਣੇ ਜਿਹੜੇ ਉਹ ਤਰਕ ਨੇ। ਆਈ ਥਿੰਕ ਕਿਤੇ ਨਾ ਕਿਤੇ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਵਾਸਤੇ ਇਹ ਇੱਕ ਵੱਡਾ ਚੈਲੰਜ ਰਹੂਗਾ ਕਿ ਕੀ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਵੀ ਇਹ ਲਾਸਟ ਚੋਣ ਤਾਂ ਨਹੀਂ। ਉਂਝ ਵੈਸੇ ਉਹ ਡੌਲੇ ਵਿਖਾਉਂਦੇ ਵੀ ਨਜ਼ਰ ਆਉਂਦੇ ਆ, ਮੁੱਛਾਂ ਨੂੰ ਤਾ ਦਿੰਦੇ ਵੀ ਨਜ਼ਰ ਆਉਂਦੇ ਆ। ਵੈਸੇ ਉਹ ਇਹ ਵੀ ਕਹਿ ਸਕਦੇ ਆ ਕਿ ਜੇ 94 ਸਾਲ ਦੇ ਪ੍ਰਕਾਸ਼ ਸਿੰਘ ਬਾਦਲ ਚੋਣ ਲੜ ਸਕਦੇ ਆ ਪਿਛਲੀ ਜਿਹੜੀ ਵਿਧਾਨ ਸਭਾ ਦੀ, ਅਜੇ ਤਾਂ ਉਹਨਾਂ ਨੂੰ 94 ਸਾਲ ਦੇ ਨੇੜੇ ਤੇੜੇ ਜਾਣ ਦੇ ਵਾਸਤੇ ਵਾਹਵਾ ਸਮਾਂ ਜਿਹੜਾ ਉਹ ਚਾਹੀਦਾ। ਆਈ ਥਿੰਕ ਸੰਗਰੂਰ ਲੋਕ ਸਭਾ ਦੀ ਇਹ ਚੋਣ ਜਿਹੜੀ ਆ ਇਹਨੇ ਇੱਕ ਮੈਂਬਰ ਪਾਰਲੀਮੈਂਟ ਚੁਣਨਾ, ਪਰ ਕਈ ਪਾਰਟੀਆਂ ਦੇ ਨੇਤਾਵਾਂ ਦਾ ਭਵਿੱਖ ਤੈਅ ਕਰਨਾ। ਸੰਗਰੂਰ ਇਲੈਕਸ਼ਨ 'ਚ ਹੁਣ ਮੁੱਛਾਂ ਨੂੰ ਕੌਣ ਤਾ ਦਿੰਦਾ, ਇਹ ਤਾਂ 26
ਜੂਨ ਦਿਨ ਐਤਵਾਰ ਨੂੰ ਸਾਡੇ ਪੰਜਾਬ ਵਾਸੀਆਂ ਨੇ ਦੇਖ ਲੈਣਾ। ਫਿਲਹਾਲ ਅਸੀਂ ਪ੍ਰੋਗਰਾਮ ਨੂੰ ਇੱਥੇ ਸਮੇਟਦੇ ਹਾਂ, ਦਰਸ਼ਕਾਂ ਕੋਲ ਲੈਂਦੇ ਹਾਂ ਵਿਦਾ। ਪਨੂ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਮਿਹਰਬਾਨੀ, ਧੰਨਵਾਦ ਜੀ। ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਚੰਗਾ ਲੱਗਾ ਹੋਵੇਗਾ। ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਤੁਸੀਂ ਆਪਣੀ ਰਾਏ ਸਾਡੇ ਨਾਲ ਸਾਂਝੀ ਕਰ ਸਕਦੇ ਆ। ਪ੍ਰੋਗਰਾਮ ਬਾਬਤ ਆਪਣਾ ਸੁਝਾਅ ਦੇ ਸਕਦੇ ਆ। ਜਿਸ ਮੁੱਦੇ ਤੇ ਤੁਸੀਂ ਗੱਲਬਾਤ ਸੁਣਨਾ ਚਾਹੁੰਦੇ ਸਾਨੂੰ ਉਹ ਵੀ ਦੱਸ ਸਕਦੇ ਆ ਤੇ ਅਸੀਂ ਕੱਲ ਨੂੰ ਨਵੇਂ ਮੁੱਦਿਆਂ ਦੇ ਨਾਲ ਹਾਜ਼ਰੀ ਭਰਾਂਗੇ। ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।